ਕਿੰਨਾ ਸਮਾਂ ਹੋ ਗਿਆ ਹੈ ਮੈਰਿਜ ਨੂੰ? ਮੈਰਿਜ ਨੂੰ 4 ਸਾਲ ਹੋ ਗਏ ਆ। 4 ਸਾਲ ਹੋ 2 ਚੁੱਕੇ। ਸਾਲ ਮੈਂ ਪਹਿਲਾਂ ਗਿਆ ਸੀ। ਮੈਂ ਤਾਂ ਕਹਿੰਦੀ ਇੱਥੇ ਹੀ ਕਰਵਾਈ ਆ ਕੋਈ ਰੀਅਲ ਤਾਂ 4 ਸਾਲ ਹੀ ਆ ਨਾ। ਬੜਾ ਲੱਗਦਾ ਇੱਥੇ ਕਰਵਾਈ ਹੈ ਇੰਡੀਆ ਤੋਂ ਕਰਵਾਈ ਆ। ਚੱਲ ਸਾਰੇ ਚੰਗਾ। ਦੱਸੂਗੀ ਸਾਰਾ ਕੁਝ। ਮੈਰਿਜ ਦੇ ਫਰਾਡਸ ਕਾਫੀ ਹੋ ਰਹੇ ਆ ਇੱਥੇ, ਤੇ ਤੁਸੀਂ ਇੱਥੇ ਹੀ ਮੈਰਿਡ ਹੋ, ਇੱਥੇ ਤੁਹਾਡੇ ਰਹਿ ਰਹੇ ਹੋ ਦੋਨੋਂ ਜਾਣੇ, ਤੇ ਤੁਹਾਨੂੰ ਇਹਦੇ ਪਿੱਛੇ ਮੇਨ ਕਾਰਨ ਕੀ ਲੱਗਦਾ ਹੈ ਕਿ ਕੁੜੀਆਂ ਦੀ ਗਲਤੀ ਹੈ ਕਿ ਮੁੰਡਿਆਂ ਦੀ ਗਲਤੀ ਇਹਦੇ ਪਿੱਛੇ? ਮੈਨੂੰ ਤਾਂ ਕੁੜੀਆਂ ਦੀ ਗਲਤੀ ਲੱਗਦੀ ਹੈ ਜੀ। ਤੇ ਵਿਆਹ ਦਾ ਕੋਈ ਪਲਾਨ ਹੈਗਾ ਹੈ? ਨਹੀਂ ਫਿਲਹਾਲ ਤਾਂ ਨਹੀਂ ਹੈਗਾ। ਮੈਂ ਸੋਚ ਰਿਹਾ ਵੀ ਨਾ ਹੀ ਕਰਾਇਆ ਜਾਵੇ। ਇਹਦੇ ਵਿੱਚ ਕੀ ਰੀਜ਼ਨ ਹੈ ਕਿ ਵਿਆਹ ਕਰਾਇਆ ਹੀ ਨਾ ਜਾਵੇ? ਬਿਲਕੁਲ ਹੀ। ਮੈਂ ਦੇਖੇ ਨਹੀਂ, ਬਹੁਤ ਬੰਦੇ ਦੁਖੀ ਨੇ। ਐਕਚੁਅਲੀ ਇੰਡੀਆ ਵਿੱਚ ਮੇਰੀ ਗਰਲਫ੍ਰੈਂਡ ਸੀਗੀ, ਉਹ ਮੈਨੂੰ ਛੱਡ ਗਈ ਸੀਗੀ ਤੇ ਮੈਂ ਥੋੜਾ ਦੁੱਖ 'ਚ ਆ ਗਿਆ ਸੀ, ਫਿਰ ਮੈਨੂੰ ਇੰਟਰਸਟ ਨਹੀਂ ਰਿਹਾ ਸੀ। ਮੁੰਡੇ ਵੇਖ ਕੇ ਸ਼ਰਮਾ ਰਹੇ ਆ ਵੀ ਹੁਣ ਆਪਾਂ ਨੂੰ ਲਿਮਿਟ ਕਰਨੀ ਚਾਹੀਦੀ, ਫਿਰ ਕੁੜੀ 911 ਦਾ ਨਜਾਇਜ਼ ਫਾਇਦਾ ਬਹੁਤ ਚੱਕਦੀਆਂ। ਲਵ ਮੈਰਿਜ ਦੀ ਆਪਾਂ ਗੱਲ ਕਰਦੇ ਆ ਤਾਂ ਉੱਥੇ ਪੇਰੈਂਟਸ ਕਹਿੰਦੇ ਆ ਤੁਸੀਂ ਦੇਖੋ ਤਾਂ ਅਸੀਂ ਆਪ ਹੀ ਲੱਭਿਆ ਸੀਗਾ। ਜਦੋਂ ਨਾਲ ਦੀਆਂ ਬਹੁਤ ਕੁਝ ਕਰਦੀਆਂ, ਉਹਨਾਂ ਨੂੰ ਵੇਖ ਕੇ ਕੁੜੀਆਂ ਵੀ ਉਦਾਂ ਦੀ ਕਰਦੀਆਂ ਵੀ ਜੇ ਉਹ ਮੁੰਡਾ ਨਹੀਂ ਪਸੰਦ ਅਸੀਂ ਇਹਦੇ ਨਾਲ ਕਰ ਲਈਏ। ਕੁੜੀ ਕਹਿ ਦੂਗੀ ਮੈਨੂੰ ਘਰ ਤੱਕ ਡ੍ਰੌਪ ਕਰ ਦੇ, ਮੁੰਡੇ ਨੂੰ ਖਾਣਾ ਬਣਿਆ ਮਿਲ ਜਾਂਦਾ। ਦਿਸ ਇਜ਼ ਵਾਟ ਆਲ ਰਿਲੇਸ਼ਨਸ਼ਿਪ ਇਜ਼ ਨਾਊਅਡੇਜ਼। ਮੁੰਡੇ ਪਲਾਜ਼ਿਆਂ ਦੇ ਵਿੱਚ ਹੁੱਲੜਬਾਜ਼ੀ ਕਰਦੇ ਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਉਦੋਂ ਅਨਸੇਫ ਜਿਹਾ ਫੀਲ ਹੁੰਦਾ ਹੈ। ਹਮਦਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅਰਸ਼ਦੀਪ ਕੌਰ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਾਈਫ ਇਨ ਕੈਨੇਡਾ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅੱਜ ਆਪਾਂ ਮੇਨ ਗੱਲਬਾਤ ਕਰਾਂਗੇ ਕਿ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਕਮੈਂਟਸ ਆਏ ਸੀਗੇ ਪੇਰੈਂਟਸ ਵੱਲੋਂ ਕਿ ਉਹਨਾਂ ਦੀਆਂ ਬੱਚੇ ਆ ਜਿਹੜੇ ਇੱਥੇ ਸੇਫ ਹੋਣਗੇ ਕੈਨੇਡਾ ਦੇ ਵਿੱਚ ਕਿ ਨਹੀਂ, ਕੁੜੀਆਂ ਨੂੰ ਭੇਜਣਾ ਚਾਹੀਦਾ ਕੈਨੇਡਾ ਕਿ ਨਹੀਂ ਭੇਜਣਾ ਚਾਹੀਦਾ। ਇਹ ਚੀਜ਼ ਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ। ਇਸ ਦੇ ਨਾਲ ਹੀ ਵਿਆਹਾਂ ਦੇ ਮੁੱਦੇ ਚੱਲ ਰਹੇ ਆ, ਲੋਕਾਂ ਤੋਂ ਜਾਣਾਂਗੇ ਕਿ ਉਹਨਾਂ ਦੀ ਲਵ ਮੈਰਿਜ ਵੱਲ ਜ਼ਿਆਦਾ ਪ੍ਰੈਫਰੈਂਸ ਆ ਕਿ ਉਹ ਅਰੇਂਜ ਮੈਰਿਜ ਨੂੰ ਪ੍ਰੈਫਰ ਕਰਦੇ ਆ। ਇਸ ਚੀਜ਼ ਦੇ ਬਾਰੇ ਵੀ ਅੱਜ ਆਪਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਦੇਖਾਂਗੇ ਕਿ ਉਹਨਾਂ ਦੇ ਕੀ ਐਕਸਪੀਰੀਅੰਸ ਹੈ ਇਸ ਚੀਜ਼ ਨੂੰ ਲੈ ਕੇ। ਚੱਲਦੇ ਹਾਂ ਤੇ ਕਰਦੇ ਹਾਂ ਲੋਕਾਂ ਦੇ ਨਾਲ ਗੱਲਾਂ ਬਾਤ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਨਾਮ? ਗੁਰਵਿੰਦਰ ਸਿੰਘ। ਕਿੰਨਾ ਸਮਾਂ ਹੋ ਗਿਆ ਕੈਨੇਡਾ ਦੇ ਵਿੱਚ ਰਹਿ ਰਿਹਾ ਨੂੰ? ਮੈਨੂੰ 2 ਸਾਲ ਹੋ ਗਏ। 2 ਸਾਲ ਦੇ ਵਿੱਚ ਕੈਨੇਡਾ ਦਾ ਕਿੱਦਾਂ ਦਾ ਮਾਹੌਲ ਲੱਗਿਆ ਤੁਹਾਨੂੰ ਸਾਰਾ? ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ। ਮੈਰਿਡ ਹੋ ਜਾਂ ਫਿਰ ਅਨਮੈਰਿਡ ਹੋ? ਨਹੀਂ ਮੈਰਿਡ ਹਾਂ। ਇੰਡੀਆ ਤੋਂ ਮੈਰਿਜ ਕਰਵਾ ਕੇ ਆਏ ਸੀਗੇ ਜਾਂ ਫਿਰ ਇੱਥੋਂ ਜਾ ਕੇ ਮੈਰਿਜ ਕਰਵਾਈ ਸੀ? ਕਿਉਂਕਿ ਅੱਜ ਕੱਲ੍ਹ ਮੈਰਿਜਸ ਦੇ ਕਾਫੀ ਇਸ਼ੂਜ਼ ਚੱਲ ਰਹੇ ਆ। ਨਹੀਂ ਅਸੀਂ ਸਟੂਡੈਂਟ ਹੀ ਆਏ ਸੀ ਦੋਨੇ, ਇੱਥੇ ਮੈਂ ਮੈਰਿਜ ਕਰਵਾਈ ਆ। ਇੱਥੇ ਮੈਰਿਜ ਕਰਵਾਈ ਹੈ, ਪਰ ਜੇਕਰ ਗੱਲ ਕਰੀਏ ਅੱਜ ਕੱਲ੍ਹ ਮੈਰਿਜ ਦੇ ਫਰਾਡਸ ਕਾਫੀ ਹੋ ਰਹੇ ਆ ਇੱਥੇ, ਤੇ ਤੁਸੀਂ ਇੱਥੇ ਹੀ ਮੈਰਿਡ ਹੋ, ਇੱਥੇ ਤੁਹਾਡੇ ਰਹਿ ਰਹੇ ਹੋ ਦੋਨੋਂ ਜਾਣੇ, ਤੇ ਤੁਹਾਨੂੰ ਇਹਦੇ ਪਿੱਛੇ ਮੇਨ ਕਾਰਨ ਕੀ ਲੱਗਦਾ ਹੈ ਕਿ ਕੁੜੀਆਂ ਦੀ ਗਲਤੀ ਹੈ ਕਿ ਮੁੰਡਿਆਂ ਦੀ ਗਲਤੀ ਇਹਦੇ ਪਿੱਛੇ? ਮੈਨੂੰ ਤਾਂ ਕੁੜੀਆਂ ਦੀ ਗਲਤੀ ਲੱਗਦੀ ਹੈ ਜੀ। ਹੁਣ ਇੰਡੀਆ ਤੋਂ ਪੈਸੇ ਲਾਉਂਦੇ ਨੇ ਮੁੰਡੇ ਵਾਲੇ, ਤਾਂ ਇੱਥੇ ਕੁੜੀਆਂ ਆ ਕੇ ਚੇਂਜ ਹੁੰਦੀਆਂ ਨੇ। ਮੈਮ ਤੁਹਾਡਾ ਨਾਮ? ਨਵਨਪ੍ਰੀਤ ਕੌਰ। ਦੋਨੋਂ ਹਸਬੈਂਡ ਵਾਈਫ ਹੋ? ਹਾਂਜੀ। ਕਿੰਨਾ ਸਮਾਂ ਹੋ ਗਿਆ ਹੈ ਮੈਰਿਜ ਨੂੰ? ਮੈਰਿਜ ਨੂੰ 4 ਸਾਲ ਹੋ ਗਏ ਆ। 4 ਸਾਲ ਹੋ ਚੁੱਕੇ ਮੈਰਿਜ ਨੂੰ, ਤੇ ਇੱਕ ਕਹਿੰਦੇ ਕਿ ਇੱਥੇ ਆ ਕੇ ਮੈਰਿਜਸ ਸੰਭਾਲਣੀਆਂ ਕਾਫੀ ਔਖੀਆਂ ਹੋ ਰਹੀਆਂ ਨੇ। ਇਦਾਂ ਦਾ ਕੁਝ ਹੋਇਆ ਹੋਵੇ ਕਦੇ? ਨਹੀਂ, ਸਾਡੇ ਨਾਲ ਤਾਂ ਐਕਚੁਅਲੀ ਨਹੀਂ ਹੋਇਆ ਇਦਾਂ ਦਾ ਕੁਝ ਵੀ। ਹਾਂਜੀ। ਜਿਹੜੇ ਮੈਰਿਜਸ ਦੇ ਫਰਾਡ ਹੋ ਰਹੇ ਆ, ਤੁਸੀਂ ਉਹਨਾਂ ਦੇ ਲਈ ਕਿਸੇ ਕੁੜੀਆਂ ਨੂੰ ਰਿਸਪੌਂਸਿਬਲ ਮੰਨਦੇ ਹੋ ਕਿ ਮੁੰਡਿਆਂ ਨੂੰ? ਮੈਂ ਤਾਂ ਕੁੜੀਆਂ ਨੂੰ ਮੰਨਦਾ ਜੀ। ਤੇ ਤੁਹਾਡੇ ਕੀ ਪੁਆਇੰਟ ਆਫ View ਹੈ ਕਿ ਤੁਹਾਡੇ ਹਸਬੈਂਡ ਕੁੜੀਆਂ ਨੂੰ ਬਲੇਮ ਕਰ ਰਹੇ ਹੈ? ਕਿਉਂਕਿ ਅੱਜ ਕੱਲ ਕੁੜੀਆਂ ਦੇ ਫਰਾਡਸ ਹੀ ਜ਼ਿਆਦਾ ਆ ਰਹੇ ਆ ਤਾਂ ਓਬਵੀਅਸਲੀ ਪੁਆਇੰਟ ਆਊਟ ਕੁੜੀਆਂ ਹੀ ਹੋ ਰਹੀਆਂ ਨੇ। ਬਿਕਾਜ਼ ਜਿੱਦਾਂ ਤੁਸੀਂ ਦੇਖਦੇ ਆ ਵੀ ਨਾਊਅਡੇਜ਼ ਕਿ ਦਿਨੋਂ ਦਿਨ ਕੁੜੀਆਂ ਹੀ ਹਰ ਪਾਸੇ ਕੀ ਗਲਤ ਜਾ ਰਹੀਆਂ ਨੇ, ਕਿਉਂਕਿ ਕੇਸਿਸ ਹੀ ਇਦਾਂ ਦੇ ਆ ਰਹੇ ਆ ਕਿ ਮੁੰਡਿਆਂ ਨੂੰ ਸੁਸਾਈਡ ਕਰਨਾ ਪੈ ਰਿਹਾ। ਤਾਂ ਓਬਵੀਅਸ ਜੀ ਗੱਲ ਹੈ ਕੁੜੀਆਂ ਹੀ ਕਸੂਰਵਾਰ ਠਹਿਰਨਗੀਆਂ, ਤੇ ਉਹਨਾਂ ਦੇ ਚੱਲਦੇ ਹੀ ਵੀ ਮਤਲਬ ਜਿਹੜੀਆਂ ਸਹੀ ਕੁੜੀਆਂ ਨੇ ਉਹ ਵੀ ਵਿਚਾਰੀਆਂ ਬਦਨਾਮ ਹੋਈ ਜਾ ਰਹੀਆਂ ਨੇ। ਤੇ ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਕਿ ਕੰਪਨੀ ਦਾ ਅਸਰ ਪੈਂਦਾ ਕਿ ਕੈਨੇਡਾ ਦਾ ਮਾਹੌਲ ਹੀ ਇਦਾਂ ਦਾ ਕਿ ਕੁੜੀਆਂ ਚੇਂਜ ਹੋਈ ਜਾਂਦੀਆਂ? ਕਿਉਂਕਿ ਤੁਸੀਂ ਵੀ ਇੱਥੇ ਮੈਰਿਜ ਕਰਵਾਈ ਆ। ਹਾਂਜੀ, ਐਕਚੁਅਲੀ ਮੈਂ ਤਾਂ ਕਹੂੰਗੀ ਵੀ ਥੋੜ੍ਹਾ ਜਿਹਾ ਮਾਹੌਲ ਹੀ ਇੱਦਾਂ ਦਾ ਆ ਕਿ ਕੁੜੀਆਂ ਇੱਥੇ ਆ ਕੇ ਦੂਸਰੀਆਂ ਕੁੜੀਆਂ ਨੂੰ ਦੇਖ ਕੇ ਜਿਹੜੀਆਂ ਅਨਮੈਰਿਡ ਨੇ ਉਹ ਥੋੜ੍ਹਾ ਜਿਹਾ ਉਹਨਾਂ ਦਾ ਰਹਿਣ ਸਹਿਣ ਥੋੜ੍ਹਾ ਜਿਹਾ ਹੋਰ ਹੁੰਦਾ ਆ, ਅਤੇ ਜਿਹੜੀਆਂ ਮੈਰਿਡ ਕੁੜੀਆਂ ਉਹ ਵੀ ਚਾਹੁੰਦੀਆਂ ਨੇ ਵੀ ਅਸੀਂ ਵੀ ਉਹਨਾਂ ਵਾਂਗੂ ਹੀ ਰਹੀਏ, ਥੋੜ੍ਹਾ ਜਿਹਾ ਓਪਨਲੀ ਥੋੜ੍ਹਾ ਫਰੀਡਮ ਭਾਲਦੀਆਂ ਨੇ, ਥੋੜ੍ਹਾ ਇੰਡੀਪੈਂਡੈਂਟ ਹੋਣਾ ਚਾਹੁੰਦੀਆਂ। ਬਟ ਉਹ ਭੁੱਲ ਜਾਂਦੀਆਂ ਨੇ ਕਿ ਸਾਡੀ ਰਿਸਪੌਂਸੀ ਸਾਡਾ ਕਲਚਰ ਕੀ ਹੈ, ਸਾਡੇ ਸਿਰ 'ਤੇ 2 ਫੈਮਲੀਜ਼ ਦੀ ਰਿਸਪੌਂਸੀਬਿਲਿਟੀ ਆ ਵੀ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਹੈ। ਤੇ ਇੱਕ ਜੇਕਰ ਗੱਲ ਕਰੀਏ ਕਿ ਇੱਥੇ ਰਿਲੇਸ਼ਨਸ਼ਿਪਸ ਜੇ ਫਾਈਟਸ ਹੁੰਦੀਆਂ, ਕਿਉਂਕਿ ਹਰੇਕ ਰਿਸ਼ਤੇ 'ਚ ਕੁਛ ਨਾ ਕੁਛ ਫਾਈਟਸ ਤਾਂ ਹੁੰਦੀਆਂ ਹੀ ਆ, ਤੇ ਫਿਰ ਉਹਨੂੰ ਸੋਲਵ ਕਿਵੇਂ ਕਰਦੇ? ਦੋਨਾਂ 'ਚ ਸੌਰੀ ਕੌਣ ਮੰਗਦਾ ਫਿਰ ਪਹਿਲਾਂ?
ਸੌਰੀ ਤਾਂ ਮੈਨੂੰ ਹੀ ਮੰਗਣੀ ਪੈਂਦੀ ਆ। ਕਹਿੰਦੇ ਫਿਰ ਕੁੜੀਆਂ ਦਾ ਪਲੜਾ ਹਮੇਸ਼ਾ ਭਾਰੀ ਰਹਿੰਦਾ ਨਹੀਂ ਫਿਰ ਇਹ ਰੋਣ ਲੱਗ ਜਾਂਦੀ ਆ ਨਾ, ਫਿਰ ਉਹ ਚੁੱਪ ਕਰਾਉਣ ਵਾਲਾ ਕੋਈ ਹੁੰਦਾ ਨਹੀਂ, ਫਿਰ ਮੈਨੂੰ ਹੀ ਮਨਾਉਣੀ ਪੈਂਦੀ ਆ। ਤੇ ਤੁਹਾਨੂੰ ਲੱਗਦਾ ਕਿ ਸੌਰੀ ਬੋਲਣ ਨਾਲ ਜਿਹੜੀਆਂ ਸਾਰੀਆਂ ਫਾਈਟ ਸੋਲਵ ਹੋ ਜਾਂਦੀਆਂ ਤੇ ਰਿਸ਼ਤੇ ਆ ਜਿਹੜੇ ਬਰਕਰਾਰ ਰਹਿੰਦੇ ਆ? ਇਹ ਤਾਂ ਹੈ, ਕਿਉਂਕਿ ਜਦੋਂ ਸੌਰੀ ਬੋਲਦੇ ਆ ਅਗਲਾ ਬੰਦਾ ਆਟੋਮੈਟਿਕਲੀ ਹੱਸ ਪੈਂਦਾ ਆ। ਮਤਲਬ ਇੱਕ ਨੇ ਸੌਰੀ ਬੋਲਤੀ, ਦੂਜੇ ਦਾ ਉਦਾਂ ਹੀ ਹਾਸਾ ਨਿਕਲ ਜਾਂਦਾ ਵੀ ਬਸ ਠੀਕ ਆ ਹੁਣ ਗੱਲ ਖਤਮ, ਉੱਥੇ ਹੀ ਭੁੱਲ ਜਾਈਦਾ ਵੀ। ਇਹ ਤਾਂ ਕਈ ਵਾਰੀ ਕਹਿ ਦਿੰਦੇ ਮੈਨੂੰ ਤਾਂ ਚੇਤੇ ਹੀ ਭੁੱਲ ਗਿਆ ਗੱਲ ਕੀ ਸੀ। ਲੜਾਈ ਦਾ ਮੇਨ ਟੌਪਿਕ ਹੀ ਭੁੱਲ ਜਾਈਦਾ ਇਸ ਤਾਂ। ਤੇ ਜੇ ਮੈਂ ਤੁਹਾਨੂੰ ਸਵਾਲ ਪੁੱਛਾਂ ਕਿ ਕੁੜੀਆਂ ਕਹਿ ਦਿੰਦੀਆਂ ਕਿ ਵਿਆਹ ਤੋਂ ਬਾਅਦ ਵਿੱਚ ਕਿਹੜਾ ਸਾਡੇ ਕੋਈ ਫਰੈਂਡਸ ਨਹੀਂ ਹੋ ਸਕਦੇਗੇ, ਮੁੰਡੇ ਦੀ ਗੱਲ ਕਰ ਲਈਏ ਕੁੜੀ ਦੀ ਗੱਲ ਕਰ ਲਈਏ, ਤਾਂ ਉਹਦੇ ਬਾਰੇ ਕੀ ਕਹੋਗੇ? ਆਫ ਕੋਰਸ ਫਰੈਂਡ ਹੋ ਸਕਦੇ ਨੇ, ਬਟ ਆਪਾਂ ਆਪਣੇ ਫਰੈਂਡਸ ਨੂੰ ਆਪਣੇ ਹਸਬੈਂਡ ਜਿੰਨੀ ਵੈਲਿਊ ਨਹੀਂ ਦੇ ਸਕਦੇ, ਕਦੇ ਵੀ ਨਹੀਂ ਇਹ ਚੀਜ਼ ਹੋ ਸਕਦੀ। ਬਿਕੋਜ਼ ਮੈਂ ਵੀ ਕਾਲਜ, ਮੈਂ ਇੰਡੀਆ ਤੋਂ ਵੀ ਕਾਲਜ ਗ੍ਰੈਜੂਏਸ਼ਨ ਕਰਕੇ ਆਈ ਹਾਂ, ਉਸ ਤੋਂ ਬਾਅਦ ਮੈਂ ਇੱਥੇ ਪੋਸਟ ਗ੍ਰੈਜੂਏਸ਼ਨ ਕੀਤੀ ਆ। ਮੈਂ ਇੰਡੀਆ ਵੀ ਕੋਐਡ 'ਚ ਪੜ੍ਹੀ ਹਾਂ, ਇੱਥੇ ਤਾਂ ਸਿੰਪਲ ਜੀ ਗੱਲ ਹੈ, ਇੱਥੇ ਕੋਐਡ ਹੀ ਆ। ਇੱਥੇ ਵੀ ਮੇਰੇ ਫਰੈਂਡਸ ਹੈਗੇ ਸੀ, ਈਵਨ ਸਾਡੇ ਘਰ ਆਉਂਦੇ ਜਾਂਦੇ ਸੀ, ਸਾਰਾ ਇਹਨਾਂ ਨੂੰ ਪਤਾ ਸੀ ਵੀ ਕੌਣ ਆ, ਕੌਣ ਕਿੱਦਾਂ ਹੈਗਾ ਆ। ਵੀ ਕਈ ਕੁੜੀਆਂ ਹੁੰਦਾ ਹੈ ਵੀ ਇਹ ਚੀਜ਼ ਨਹੀਂ ਕਰਦੀਆਂ, ਬਟ ਹਰ ਰਿਲੇਸ਼ਨਸ਼ਿਪ ਦੀ ਜਿਹੜੀ ਵੈਲਿਊ ਹੁੰਦੀ ਹੈ, ਮੇਨ ਜਿਹੜਾ ਆਪਾਂ ਵੀ ਕਿਹੜੇ ਬੰਦੇ ਨੂੰ ਕਿੱਥੇ ਰੱਖਣਾ ਆ, ਉਹ ਚੀਜ਼, ਉਹ ਜਿਹੜਾ ਗੈਪ ਆ ਉਹ ਵਿੱਚ ਜ਼ਰੂਰੀ ਹੁੰਦਾ ਆ, ਵੀ ਉਹ ਚੀਜ਼ ਰੱਖਣੀ ਜ਼ਰੂਰੀ ਹੁੰਦੀ ਆ ਵਿੱਚ। ਤੁਹਾਨੂੰ ਕੀ ਲੱਗਦਾ ਹੈ ਕਿ ਅਰੇਂਜ ਮੈਰਿਜ ਜ਼ਿਆਦਾ ਸਕਸੀਡ ਕਰਦੀ ਹੈ ਫਿਰ ਕਿ ਲਵ ਮੈਰਿਜ ਜ਼ਿਆਦਾ ਵਧੀਆ? ਲਵ ਮੈਰਿਜ ਜ਼ਿਆਦਾ ਵਧੀਆ ਆ। ਪਹਿਲਾ ਬੰਦਾ ਸਮਝ ਲੈਂਦਾ ਇੱਕ ਦੂਜੇ ਨੂੰ, ਹਨਾ। ਪਰ ਜੇਕਰ ਗੱਲ ਕਰੀਏ, ਕਹਿੰਦੇ ਆ ਕਿ ਅਰੇਂਜ ਮੈਰਿਜ ਤੋਂ ਬਾਅਦ ਵੀ ਬੰਦੇ ਨੂੰ ਸਮਝਿਆ ਜਾ ਸਕਦਾ ਹੈ, ਤੇ ਉਹਦੇ ਬਾਰੇ ਕੀ ਕਹੋਗੇ ਤੁਸੀਂ? ਮੇਰੀ ਤਾਂ ਹੋਈ ਅਰੇਂਜ, ਮੈਂ ਤੇ ਸਮਝਿਆ ਹੀ ਮੈਰਿਜ ਤੋਂ ਬਾਅਦ। ਸਾਨੂੰ ਤਾਂ ਇੱਕ ਦੂਜੇ ਨੂੰ ਪਿਆਰ ਹੀ ਬਾਅਦ 'ਚ ਹੋਇਆ ਮੈਰਿਜ ਤੋਂ। ਈਵਨ ਸਾਡੀ ਇੰਗੇਜਮੈਂਟ ਹੋਈ, ਸਾਡੀ ਡਾਇਰੈਕਟ ਹੀ, ਲਾਈਕ ਅਸੀਂ ਪਹਿਲਾਂ ਵੀ ਨਹੀਂ ਜਾਣਦੇ, ਸਾਡੀ ਡਾਇਰੈਕਟ ਇੰਗੇਜਮੈਂਟ ਹੀ ਹੋਈ ਆ। ਤੇ ਇੰਗੇਜਮੈਂਟ ਤੋਂ ਬਾਅਦ ਆਪਾਂ ਸ਼ਾਇਦ ਮਿਲੇ ਆ, ਇੱਕ ਦੋ ਵਾਰੀ ਮਿਲੇ ਆ ਇੰਗੇਜਮੈਂਟ ਤੋਂ ਬਾਅਦ, ਉਸ ਤੋਂ ਬਾਅਦ ਮੈਰਿਜ ਹੋਈ ਆ। ਤਾਂ ਮੈਂ ਇਹੀ ਕਹੂੰਗੀ, ਅਸੀਂ ਤਾਂ ਮੇਨ ਗੱਲ ਜਿਹੜੀ ਮੈਂ ਤੇ ਵਿਆਹ ਤੋਂ ਬਾਅਦ ਹੀ ਸਮਝਿਆ ਵੀ ਕਿੱਦਾਂ ਇਹ ਚੀਜ਼ ਕਿੱਦਾਂ ਹੁੰਦੀ ਆ, ਕਿੱਦਾਂ ਨਹੀਂ ਹੁੰਦੀ। ਤੇ ਕਹਿੰਦੇ ਆ ਕਿ ਅਰੇਂਜ ਮੈਰਿਜ ਆ ਜਿਹੜੀ ਚੱਲਦੀ ਨਹੀਂ ਜ਼ਿਆਦਾ ਟਾਈਮ, ਕਿ ਮੁੰਡੇ ਦੇ ਵਿੱਚ ਪ੍ਰੋਬਲਮਸ ਆਉਂਦੀਆਂ, ਕੁੜੀ ਦੇ ਵਿੱਚ ਪ੍ਰੋਬਲਮਸ ਆ ਜਾਂਦੀਆਂ, ਤੇ ਉਹਦੇ ਬਾਰੇ ਤੁਹਾਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਗਲਤ ਆ? ਫਿਰ ਆਫ ਕੋਰਸ ਮੈਨੂੰ ਤਾਂ ਇਹੀ ਲੱਗਦਾ, ਕਿਉਂਕਿ ਨਹੀਂ, ਲਵ ਮੈਰਿਜ ਘੱਟ ਟਾਈਮ ਚੱਲਦੀ ਹੈ, ਅਰੇਂਜ ਮੈਰਿਜ। ਤੁਸੀਂ ਹੁਣੇ ਕਿਹਾ ਸੀਗਾ ਕਿ ਲਵ ਮੈਰਿਜ ਜ਼ਿਆਦਾ ਵਧੀਆ ਹੁੰਦੀ ਆ। ਫਿਰ ਵਧੀਆ ਫਨ ਦੇ ਤੌਰ ਤੇ ਵਧੀਆ ਹੋ ਸਕਦੀ ਆ, ਬਟ ਜੇ ਕਹੀਏ ਲੌਂਗ ਟਰਮ ਰਿਲੇਸ਼ਨਸ਼ਿਪ ਤਾਂ ਅਰੇਂਜ ਮੈਰਿਜ ਹੀ ਬੈਟਰ ਰਹਿੰਦੀ ਹੈ। ਕਿਉਂਕਿ ਕਈ ਵਾਰੀ ਹੁਣ ਜਿੱਦਾਂ ਆਪਾਂ ਝਗੜਿਆਂ ਦੀ ਗੱਲ ਕੀਤੀ ਸੀ ਰਿਲੇਸ਼ਨਸ਼ਿਪ ਦੇ ਵਿੱਚ, ਹੁਣ ਕੋਈ ਗੱਲਬਾਤ ਹੁੰਦੀ ਆ, ਸਿੱਧੀ ਮੰਮੀ ਨੂੰ ਫੋਨ ਲਾ ਦਈਦਾ ਵੀ ਆਹ ਗੱਲ ਇੱਦਾਂ ਹੋਈ ਆ, ਤੁਸੀਂ ਸੌਰਟ ਆਊਟ ਕਰੋ ਹੁਣ ਵੀ ਇਹਦਾ ਮੇਨ ਕੀ ਤੁਸੀਂ ਰਿਜ਼ਲਟ ਕੱਢਣਾ ਆ। ਤਾਂ ਉੱਥੇ ਕੁਝ ਚੀਜ਼ਾਂ ਇਹ ਮੈਟਰ ਕਰ ਜਾਂਦੀਆਂ, ਕਿਉਂਕਿ ਜਦੋਂ ਲਵ ਮੈਰਿਜ ਦੀ ਆਪਾਂ ਗੱਲ ਕਰਦੇ ਆ ਤਾਂ ਉੱਥੇ ਪੇਰੈਂਟਸ ਕਹਿੰਦੇ ਆ ਤੁਸੀਂ ਦੇਖੋ ਤਾਂ ਅਸੀਂ ਆਪ ਹੀ ਲੱਭਿਆ ਸੀਗਾ। ਮੈਂ ਤੇ ਇਹੀ ਕਹੂੰਗੀ ਬਸ ਆਪਣੀ ਅੰਡਰਸਟੈਂਡਿੰਗ ਬਣਾ ਕੇ ਰੱਖੋ, ਥੋੜਾ ਜਿਹਾ ਆਪਦਾ ਪਾਸਟ ਜ਼ਰੂਰ ਯਾਦ ਰੱਖੋ, ਤੁਸੀਂ ਕਿੱਥੋਂ ਆਏ ਹੋ, ਕਿੱਦਾਂ ਦੀ ਫੈਮਿਲੀ ਚੋਂ ਆਏ ਹੋ, ਤੁਹਾਡਾ ਮਤਲਬ ਤੁਸੀਂ ਕਿਸ ਹਿਸਾਬ ਨਾਲ ਆਏ ਹੋ, ਤੁਸੀਂ ਆਪਣੀ ਕੀ ਸਟਰਗਲ ਕੀਤੀ ਹੈ। ਆਪਾਂ ਨਹੀਂ ਇਕੱਲੇ ਸਟਰਗਲ ਕਰਦੇ, ਆਪਣੀ ਫੈਮਿਲੀ ਵੀ ਸਟਰਗਲ ਕਰਦੀ ਹੈ, ਨਾਲ ਆਪਣੇ ਇਨ-ਲॉज ਵੀ ਓਨਾ ਹੀ ਸਟਰਗਲ ਕਰਦੇ ਆ ਸਿਰਫ ਆਪਣੇ ਵਾਸਤੇ। ਈਵਨ ਚਲੋ ਮੈਂ ਮੰਨਦੀ ਹਾਂ ਕਈ ਵਾਰੀ ਮੈਰਿਜ ਨੂੰ ਥੋੜਾ ਟਾਈਮ ਹੋਇਆ ਹੁੰਦਾ, ਮੈਂ ਤਾਂ ਇਨਫੈਕਟ ਸਾਲ ਰਹਿ ਕੇ ਆਈ ਹਾਂ ਇਹਨਾਂ ਕੋਲ, ਬਟ ਮੈਨੂੰ ਪਤਾ ਸੀਗਾ ਇਹਨਾਂ ਨੇ ਕੀ ਕੁਛ ਮੇਰੇ ਲਈ ਕੀਤਾ ਆ। ਚਲੋ ਸਾਲ ਵੀ ਚਲੋ ਮੈਂ ਮੰਨਦੀ ਹਾਂ ਕੁਛ ਜ਼ਿਆਦਾ ਨਹੀਂ ਹੈਗਾ, ਬਟ ਇਹਨਾਂ ਦੀ ਫੈਮਿਲੀ ਆਪਾਂ ਨੂੰ ਜਿੱਦਾਂ ਮੰਨ ਕੇ ਚੱਲਦੀ ਆ, ਆਪਣੇ ਲਈ ਕਿੰਨਾ ਕੁਛ ਕਰਦੇ ਆ ਉੱਥੇ, ਤਾਂ ਉਹ ਦੇਖ ਕੇ ਓਬਵੀਅਸ ਦੀ ਗੱਲ ਆ ਗਲਤ ਕਦਮ ਚੱਕਣ ਦਾ ਮਨ ਹੀ ਨਹੀਂ ਕਰਦਾ। ਬਿਕੋਜ਼ ਆਪਾਂ ਇਹਨਾਂ ਦੇ ਫੇਸ ਵੱਲ ਦੇਖਦੇ ਆ, ਇਹਨਾਂ ਦੇ ਮੰਮੀ ਪਾਪਾ ਆਪਣੇ ਲਈ ਕਿੰਨਾ ਕੁਛ ਕਰਦੇ ਆ। ਤਾਂ ਸਿੰਪਲ ਜੀ ਗੱਲ ਆ, ਮੈਂ ਤਾਂ ਇਹੀ ਕਹੂੰਗੀ ਬਸ ਆਪਣੀਆਂ ਫੈਮਲੀਜ਼ ਵੱਲ ਧਿਆਨ ਦਿਓ। ਇੱਥੇ ਤਾਂ ਲੋਕ ਸਿਰਫ ਮਤਲਬ ਦੇ ਆ, ਮਤਲਬ ਕੱਢਿਆ ਨਹੀਂ ਤਾਂ ਪਾਸੇ ਹੋ ਜਾਂਦੇ ਆ, ਦੈਟਸ ਇਟ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋਵੇ ਜਿਹੜੀਆਂ ਕੁੜੀਆਂ ਆਉਣਗੀਆਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਕਿਉਂਕਿ ਤੁਹਾਡੇ ਵਾਈਫ ਨੇ ਤੁਹਾਡੇ ਨਾਲ ਕਾਫੀ ਲਾਇਲਟੀ ਨਿਭਾਈ ਹੈ ਤੇ ਤੁਸੀਂ ਅੱਜ ਇਕੱਠੇ ਵੀ ਹੋ? ਜਿਹੜੀਆਂ ਕੁੜੀਆਂ ਮੈਰਿਜ ਕਰਵਾ ਕੇ ਆਉਂਦੀਆਂ ਨੇ ਤਾਂ ਉਹ ਆਪਦੇ ਲਾਈਫ ਪਾਰਟਨਰ ਬਾਰੇ ਸੋਚਣਾ ਨਾ, ਵੀ ਉਹਨਾਂ ਨੇ ਪੈਸੇ ਲਾ ਕੇ ਜਿੱਦਾਂ ਫੀਸਾਂ ਭਰ ਕੇ ਭੇਜਿਆ ਆ, ਵੀ ਇੱਥੇ ਆ ਕੇ ਚੇਂਜ ਨਾ ਹੋਣਾ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਨਾਮ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਕਿੰਨਾ ਸਮਾਂ ਹੋ ਗਿਆ ਕੈਨੇਡਾ ਦੇ ਵਿੱਚ ਰਹਿ ਰਹੇ ਨੂੰ? ਮੈਨੂੰ 1.5 ਸਾਲ ਹੋ ਗਿਆ। ਪੁੱਛਣਾ ਚਾਹੂੰਗੀ ਕਿ ਮੈਰਿਡ ਹੋ ਜਾਂ ਅਨਮੈਰਿਡ ਹੋ ਹਲੇ? ਮੈਂ ਜੀ ਅਨਮੈਰਿਡ ਹਾਂ ਜੀ ਹਲੇ। ਤੇ ਵਿਆਹ ਦਾ ਕੋਈ ਪਲਾਨ ਹੈਗਾ ਹੈ? ਨਹੀਂ ਫਿਲਹਾਲ ਤਾਂ ਨਹੀਂ ਹੈਗਾ, ਮੈਂ ਸੋਚ ਰਿਹਾ ਵੀ ਨਾ ਹੀ ਕਰਾਇਆ ਜਾਵੇ। ਇਹਦੇ ਵਿੱਚ ਕੀ ਰੀਜ਼ਨ ਹੈ ਕਿ ਵਿਆਹ ਕਰਾਇਆ ਹੀ ਨਾ ਜਾਵੇ? ਬਿਲਕੁਲ ਹੀ ਮੈਂ ਦੇਖੇ ਨਹੀਂ, ਬਹੁਤ ਬੰਦੇ ਦੁਖੀ ਨੇ। ਇਹਦੇ ਵਿੱਚ ਕੀ ਮਤਲਬ ਕਿਹੜੀ ਚੀਜ਼ ਦਾ ਮੇਨ ਲੱਗਦਾ ਕਿ ਕਾਹਤੋਂ ਦੁਖੀ ਨੇ, ਤੁਹਾਨੂੰ ਕੀ ਲੱਗਦਾ ਹੈ? ਦੇਖੋ ਇੱਕ ਸੀਰੀਅਸ ਗੱਲ ਵੀ ਹੈ ਵੀ ਜਿਵੇਂ ਹੁਣ ਕਾਫੀ ਸਾਰੇ ਇਸ਼ੂਜ਼ ਉੱਠੇ ਸੀਗੇ, ਹੈ ਨਾ, ਵੀ ਉੱਧਰੋਂ ਉਹ
ਵਿਆਹ ਉੱਧਰ ਕਰਵਾ ਕੇ ਤੇ ਉਰੇ ਆ ਜਾਂਦੇ ਸੀਗੇ ਤੇ ਪਿੱਛੇ ਕਿਸੇ ਨੂੰ ਪੁੱਛਦੇ ਨਹੀਂ ਸੀ, ਉਹਨਾਂ ਦਾ ਖਰਚਾ ਕਰਵਾ ਕੇ। ਬਹੁਤ ਸਾਰੀ ਨਿਊਜ਼ ਐਜ਼ ਇੰਸਟਾਗ੍ਰਾਮ ਤੇ ਵੀ ਅਸੀਂ ਦੇਖਿਆ ਵੀ ਬਹੁਤ ਸਾਰਾ ਮਟੀਰੀਅਲ ਆਇਆ ਹੈ ਕਾਫੀ ਜ਼ਿਆਦਾ, ਤੇ ਦੈਟਸ ਵਾਈ ਹਲੇ ਨਹੀਂ, ਹਲੇ ਮਤਲਬ ਕੋਈ ਸੋਚਿਆ ਨਹੀਂ ਵਿਆਹ, ਦੇਖਾਂਗੇ ਕੋਈ ਨਹੀਂ ਅੱਗੇ, ਹਲੇ ਆਪ ਕੁਝ ਕਰ ਤਾਂ ਲਈਏ ਪਹਿਲਾਂ। ਤੇ ਜੇਕਰ ਗੱਲ ਕਰੀਏ ਵਿਆਹਾਂ ਦੀ, ਤੁਸੀਂ ਕਿਹਾ ਕਿ ਫਰਾਡਸ ਹੋ ਰਹੇ ਆ, ਇਹਦੇ ਲਈ ਤੁਸੀਂ ਮੇਨ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ, ਕੁੜੀਆਂ ਨੂੰ ਕਿ ਮੁੰਡਿਆਂ ਨੂੰ? ਦੇਖੋ ਜੀ, ਇਹਦੇ 'ਚ ਜ਼ਿੰਮੇਵਾਰ ਨਾ ਦਰਅਸਲ ਸਾਰੇ ਹੀ ਨੇ। ਮੈਂ ਤਾਂ ਇਹ ਨਹੀਂ ਕਹੂੰਗਾ ਵੀ ਕੋਈ ਕੁੜੀ ਜਾਂ ਫਿਰ ਉਹਨਾਂ ਦੇ ਪੇਰੈਂਟਸ ਹੀ ਜ਼ਿੰਮੇਵਾਰ ਹੈ। ਇਹਨਾਂ 'ਚ ਉਹ ਵੀ ਜ਼ਿੰਮੇਵਾਰ ਨੇ ਜਿਹੜੇ ਮੁੰਡੇ ਵਾਲੇ ਆ, ਉਹ ਵੀ ਇੱਕ ਮਤਲਬ ਕਿਸ ਟਰਸਟ ਤੇ ਉਹ ਇੰਨਾ ਲੱਖਾਂ ਰੁਪਇਆ ਲਾ ਦਿੰਦੇ ਨੇ, ਕਿਸ ਬੇਸ ਤੇ ਮਤਲਬ ਹੈ ਨਾ, ਕੀ ਟਰਸਟ ਹੈ ਵੀ ਤੁਹਾਡਾ ਵਿਆਹ ਕਰਵਾਇਆ ਹੋਇਆ, ਬਸ ਉਹ ਕਹਿੰਦੇ ਨੇ ਵਿਆਹ ਕਰਵਾਇਆ ਹੋਇਆ ਵੀ ਇਹੀ ਇੱਕ ਟਰਸਟ ਹੈ ਵੀ ਵਿਆਹ ਕਰਵਾਇਆ ਹੋਇਆ ਵੀ ਉਹ ਸਾਡੇ ਮੁੰਡੇ ਨੂੰ ਵੀ ਕੱਲ੍ਹ ਨੂੰ ਲੈ ਜੂਗੀ, ਤਾਂ ਫਿਰ ਉਸ ਟਰਸਟ ਤੇ ਉਹ ਖਰਚਾ ਕਰ ਰਹੇ ਆ। ਮਗਰ ਮੈਂ ਇਹ ਕਹਿੰਦਾ ਵੀ ਮੁੰਡਿਆਂ ਨੂੰ ਆਪਣਾ ਆਇਲਸ ਦੀ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ। ਉਹ ਅਗਰ ਉਹਨਾਂ ਤੋਂ ਨਹੀਂ ਹੋ ਰਹੀ ਤਾਂ ਦੁਬਾਰਾ ਕਰ ਲੈਣ, 2 ਮਹੀਨੇ 4 ਮਹੀਨੇ 6 ਮਹੀਨੇ ਲਾ ਲੈਣ, ਸਾਲ ਵੀ ਲਾ ਲੈਣ, ਤਾਂ ਉਹ ਕਰ ਲੈਣ। ਮਤਲਬ ਕਿ ਆਪ ਖੁਦ ਕਰਕੇ ਆਪ ਖੁਦ ਆਣ ਨੂੰ ਰਹੇ, ਤਾਂ ਉਹ ਤੁਹਾਡਾ ਸਾਰਾ ਰੁਪਈਆ ਬਚ ਵੀ ਜਾਏਗਾ ਤੇ ਵਧੀਆ ਖਾਤੇ ਵੀ ਲੱਗ ਜਾਏਗਾ ਪੈਸਾ। ਵਿਆਹਾਂ ਦੀ ਗੱਲ ਕਰ ਰਹੇ ਆ, ਤੇ ਤੁਸੀਂ ਜਦੋਂ ਵੀ ਵਿਆਹ ਕਰਵਾਇਆ, ਫਿਲਹਾਲ ਤਾਂ ਤੁਸੀਂ ਰੈਡੀ ਹੀ ਨਹੀਂ ਹੈਗੇ, ਪਰ ਜੇ ਕਰਵਾਓਗੇ ਤਾਂ ਤੁਹਾਡੀ ਪ੍ਰੈਫਰੈਂਸ ਕਿਹਨੂੰ ਹੋਗੀ, ਲਵ ਮੈਰਿਜ ਨੂੰ ਕਿ ਅਰੇਂਜ ਮੈਰਿਜ? ਨਹੀਂ, ਮੇਰੀ ਲਵ ਮੈਰਿਜ ਹੋਊਗੀ ਜੀ ਪ੍ਰੈਫਰੈਂਸ। ਵਿਆਹ ਹਲੇ ਕਰਵਾਉਣਾ ਨਹੀਂ, ਪਰ ਕਰਵਾਉਣੀ ਹੈ, ਜਦੋਂ ਕਰਵਾਉਣੀ ਹੋਈ ਲਵ ਮੈਰਿਜ ਆ। ਐਕਚੁਅਲੀ ਇੰਡੀਆ ਵਿੱਚ ਮੇਰੀ ਗਰਲਫ੍ਰੈਂਡ ਸੀਗੀ, ਉਹ ਮੈਨੂੰ ਛੱਡ ਗਈ ਸੀਗੀ ਤੇ ਮੈਂ ਥੋੜਾ ਦੁੱਖ 'ਚ ਆ ਗਿਆ ਸੀ, ਫਿਰ ਮੈਨੂੰ ਇੰਟਰਸਟ ਨਹੀਂ ਰਿਹਾ ਸੀ। ਉਹ ਇਸ ਟਾਈਮ ਅਮਰੀਕਾ ਦੇ ਵਿੱਚ ਹੈ, ਤੇ ਅਮਰੀਕਾ ਤੁਹਾਨੂੰ ਪਤਾ ਹੈ ਕੈਨੇਡਾ ਤਾਂ ਕੁਝ ਵੀ ਨਹੀਂ ਅਮਰੀਕਾ ਅੱਗੇ। ਅਮਰੀਕਾ ਬਹੁਤ ਜ਼ਿਆਦਾ ਡਿਵੈਲਪਡ ਹੈ, ਕੈਨੇਡਾ ਚੱਲ ਹੀ ਅਮਰੀਕਾ ਦੀ ਵਜ੍ਹਾ ਨਾਲ ਹੀ ਰਿਹਾ, ਉੱਧਰ ਅਮਰੀਕਾ ਇਸੇ ਕਰਕੇ ਇਹ ਚੱਲ ਰਿਹਾ। ਤੇ ਫਿਰ ਹੁਣ ਗਰਲਫ੍ਰੈਂਡ ਹੋਰ ਲੱਭੋਗੇ ਕਿ ਟਰਾਈ ਕਰੋਗੇ ਕਿ ਉਸੇ ਕੁੜੀ ਦੇ ਨਾਲ ਹੀ ਵਿਆਹ ਹੋ ਜਾਵੇ? ਹਲੇ ਤਾਂ ਕੋਈ ਪਲਾਨ ਨਹੀਂ ਐਸਾ, ਦੇਖਾਂਗੇ ਕੀ ਕਰਨਾ। ਲਵ ਮੈਰਿਜ ਕਿਉਂ ਚੂਜ਼ ਕਰਨੀ ਹੈ ਕਿ ਅਰੇਂਜ ਮੈਰਿਜ ਕਿਉਂ ਨਹੀਂ? ਦਿਲ ਟੁੱਟਣ ਤੋਂ ਬਾਅਦ ਵਿੱਚ ਵੀ ਲਵ ਮੈਰਿਜ? ਨਹੀਂ, ਦੇਖਾਂਗੇ ਉਸ 'ਚ ਕੀ ਹੈ, ਮਤਲਬ ਕਰਨਾ ਚਾਹੀਦਾ ਇੱਕ ਵਾਰੀ, ਮਤਲਬ ਕੋਈ ਤੁਹਾਡਾ ਲਾਈਫ ਪਾਰਟਨਰ ਹੈ ਉਹ ਦੇਖ ਕੇ ਚੂਜ਼ ਕਰਨਾ ਚਾਹੀਦਾ ਸਾਰਾ ਕੁਝ। ਤੁਹਾਨੂੰ ਲੱਗਦਾ ਕਿ ਲਵ ਮੈਰਿਜ ਜ਼ਿਆਦਾ ਸਕਸੀਡ ਕਰਦੀ ਹੈ ਅਰੇਂਜ ਮੈਰਿਜ ਦੇ ਨਾਲੋਂ? ਇਹਦੇ ਪਿੱਛੇ ਕੀ ਕਾਰਨ ਹੈ ਫਿਰ? ਹਾਂ, ਨਹੀਂ, ਮੈਂ ਐਵੇਂ ਨਹੀਂ ਕਹਿ ਰਿਹਾ ਵੀ ਲਵ ਮੈਰਿਜ ਜ਼ਿਆਦਾ ਉਹ ਕਰਦੀ ਹੈ, ਬਸ ਮੈਂ ਇਹ ਕਹਿ ਰਿਹਾ ਵੀ ਮਤਲਬ ਜਿਸ ਵਿਅਕਤੀ ਨਾਲ ਤੁਸੀਂ ਸਾਰੀ ਜ਼ਿੰਦਗੀ ਰਹਿਣਾ, ਤਾਂ ਮਤਲਬ ਐਟਲੀਸਟ ਵੀ ਤੁਹਾਡਾ ਇੱਕ ਟਰਸਟ ਰਹੇ, ਦੋਨਾਂ 'ਚ ਰਿਲੇਸ਼ਨਸ਼ਿਪ ਬਿਲਕੁਲ ਵਧੀਆ ਰਹੇ। ਕਿਸੇ ਪੁਆਇੰਟ ਤੇ ਇਹ ਨਾ ਹੋਵੇ ਆ ਕੇ ਵੀ ਨਹੀਂ ਹੁਣ ਗੱਲ ਨਹੀਂ ਰਹੀ। ਜਿਹੜੇ ਸਟੂਡੈਂਟਸ ਆਉਣਗੇ ਜਾਂ ਫਿਰ ਜਿਹੜੇ ਕਪਲਸ ਆਉਣਗੇ, ਕਿਉਂਕਿ ਕਹਿੰਦੇ ਹੁੰਦੇ ਆ ਕਿ ਦਿਲ ਟੁੱਟੇ ਵਾਲੀਆਂ ਦਿਲ ਟੁੱਟੇ ਵਾਲੇ ਜਾਣ ਸਕਦੇ ਆ, ਜਿਵੇਂ ਹੁਣ ਤੁਸੀਂ ਹੁਣੇ ਦੱਸਿਆ, ਤੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ, ਮੇਰਾ ਮੈਸੇਜ ਇਹੀ ਹੈ ਵੀ ਮਿਹਨਤ ਕਰੋ, ਸਾਰਾ ਕੁਝ ਮਿਹਨਤ ਦੇ ਵਿੱਚ ਹੀ ਹੈ, ਤੁਹਾਨੂੰ ਉਸੇ ਤੋਂ ਹੀ ਸਾਰੀਆਂ ਚੀਜ਼ਾਂ ਮਿਲਣੀਆਂ ਨੇ। ਕਿਉਂਕਿ ਆ ਗਈ ਉਹ ਮੈਂ ਵੀ ਇੰਡੀਆ ਵਿੱਚ ਯੂਨੀਵਰਸਿਟੀ ਲਾਈਫ 'ਚ ਰਿਹਾ ਸੀ, ਉਦੋਂ ਹੀ ਸਾਰਾ ਕੁਝ ਹੋਇਆ ਸੀਗਾ ਇਹ, ਤੇ ਉਹ ਥੋੜਾ ਰਿਚ ਫੈਮਿਲੀ ਨਾਲ ਬਿਲੋਂਗ ਕਰਦੀ ਸੀ ਤੇ ਮੈਂ ਇੰਨਾ ਹੈ ਨਹੀਂ ਸੀਗਾ। ਅਸੀਂ ਕੈਨੇਡਾ ਵਾਲੇ ਸੀ, ਉਹਦੇ ਫਾਦਰ ਹੀ ਅਮਰੀਕਾ 'ਚ ਪੜ੍ਹੇ ਹੋਏ ਸੀ, ਜਿਹਦੇ ਇੱਕ ਜਨਰੇਸ਼ਨ ਪਹਿਲਾਂ ਵਾਲਾ ਹੀ ਬੰਦਾ ਅਮਰੀਕਾ 'ਚ ਪੜ੍ਹਿਆ ਹੋਵੇ, ਉਹ ਸੋਚ ਹੀ ਲਓ ਉਹਦੇ ਅੱਗੇ ਕਿੰਨੇ ਅਮੀਰ ਹੋਣਗੇ। ਤੇ ਬਸ ਇਹ ਫ਼ਰਕ ਸੀਗਾ। ਮੈਂ ਤਾਂ ਇਹੀ ਮੈਸੇਜ ਦਊਂਗਾ ਵੀ ਮਿਹਨਤ ਕਰੋ, ਬਾਕੀ ਸਾਰਾ ਕੁਝ ਆਪਣੇ ਆਪ ਮਿਲ ਜਾਏਗਾ। ਤੁਹਾਨੂੰ ਲੱਗਦਾ ਕਿ ਪੈਸੇ ਪਿੱਛੇ ਰਿਸ਼ਤੇ ਟੁੱਟਦੇ ਆ ਫਿਰ? ਪੈਸੇ ਪਿੱਛੇ, ਹਾਂ, ਇਹ ਵੀ ਗੱਲਾਂ ਨੇ, ਪੈਸੇ ਪਿੱਛੇ ਵੀ ਟੁੱਟਦੇ ਆ। ਪੈਸਾ ਇੱਕ ਇੰਪੋਰਟੈਂਟ ਚੀਜ਼ ਹੈ, ਮਤਲਬ ਠੀਕ ਹੈ ਲੋੜਾਂ ਪੂਰੀਆਂ ਕਰਨੀਆਂ ਉਹ ਤਾਂ ਪੈਸੇ ਨਾਲ ਕਰਨੀਆਂ ਹੀ ਨੇ, ਮਗਰ ਜਿਵੇਂ ਕਿ ਹੁਣ ਆ ਪਿੱਛੇ ਕੇਸਿਸ ਆਏ ਆ, ਇਹਦਾ ਐਵੇਂ ਲੱਗ ਰਿਹਾ ਵੀ ਹਲੇ ਮੈਨੂੰ ਇਹਨਾਂ 'ਚ ਇਹ ਵੀ ਕੇਸਿਸ ਲੱਗ ਰਿਹਾ ਵੀ ਕਈ ਪੇਰੈਂਟਸ ਤੇ ਕਈ ਜਿਹੜੇ ਮੁੰਡੇ ਆ ਹਲੇ ਬਾਹਰ ਆਏ ਹੀ ਨਹੀਂ ਹੈਗੇ। ਕਈ ਤਾਂ ਐਵੇਂ ਦੇ ਕੇਸਿਸ ਹੋਣਗੇ, ਉਹਨਾਂ ਨੇ ਦਾ ਮਾਮਲਾ ਇੱਧਰ ਉੱਧਰ ਕਰਤਾ, ਮਤਲਬ ਰਫਾ ਦਫਾ ਕਰਤਾ ਹੋਏਗਾ, ਉਹ ਤਾਂ ਸਾਹਮਣੇ ਮੀਡੀਆ ਦੇ ਆਏ ਹੀ ਨਹੀਂ ਹੋਣੇ। ਤੇ ਓਵਰਆਲ ਤੁਸੀਂ ਕੀ ਕਹਿਣਾ ਚਾਹੋਗੇ ਕਿ ਸਾਰੀਆਂ ਗੱਲਾਂ ਦਾ ਸਿੱਟਾ ਐਟ ਦੀ ਐਂਡ ਆ ਕੇ ਕਿੱਥੇ ਗੱਲ ਮੁੱਕਦੀ ਆ? ਐਟ ਦੀ ਐਂਡ ਆ ਕੇ ਇੱਥੇ ਹੀ ਗੱਲ ਮੁੱਕਦੀ ਹੈ ਜੀ। ਦੇਖੋ, ਜਿਵੇਂ ਕਿ ਇੰਡੀਆ ਤੋਂ ਉਰੇ ਆਉਣਾ ਹੈ ਨਾ, ਸਾਰੇ ਹੀ ਆਉਂਦੇ ਨੇ, ਕੋਈ ਵੀ ਆਉਂਦਾ, ਚਾਹੇ ਮੁੰਡਾ ਚਾਹੇ ਕੁੜੀ ਹੈ, ਕੋਈ ਵੀ ਆਉਂਦਾ, ਉਹ ਮਿਹਨਤ ਕਰਕੇ ਆਵੇ। ਮੈਂ ਨਹੀਂ ਕਹੂੰਗਾ ਵੀ ਕੋਈ ਕੰਟਰੈਕਟ ਸਾਈਨ ਕਰ ਲਵੇ, ਹੈ ਨਾ, ਵੀ ਵਿਆਹ ਵਾਲਾ ਤਾਂ ਕੰਟਰੈਕਟ ਲੱਗਦਾ ਲੋਕਾਂ ਨੂੰ, ਸਿੱਧੀ ਜੀ ਗੱਲ ਹੈ ਵੀ ਕੰਟਰੈਕਟ ਸਾਈਨ ਕਰਕੇ ਆ ਗਏ, ਠੀਕ ਹੈ। ਮਗਰ ਮੈਂ ਇਹੀ ਕਹੂੰਗਾ ਵੀ ਮਿਹਨਤ ਕਰਕੇ ਆਓ, ਜੇ ਉਰੇ ਆਉਣਾ ਆਇਲਸ ਦੀ ਤਿਆਰੀ ਕਰ ਲਓ। ਜੇ ਆਇਲਸ ਨਹੀਂ ਹੋ ਰਿਹਾ ਤਾਂ ਸਾਲ ਲਾ ਲਓ, 1.5 ਸਾਲ ਲਾ ਲਓ, ਲਾ ਕੇ ਉਹਦੇ ਵਿੱਚ ਜਿਵੇਂ ਮਰਜ਼ੀ ਕਰਕੇ ਆ ਜਾਓ, ਮਤਲਬ ਖੁਦ ਪੈਸੇ ਲਗਾਓ, ਉਹ ਠੀਕ ਰਹੇਗਾ। ਸਤਿ ਸ਼੍ਰੀ ਅਕਾਲ ਮੈਮ, ਤੁਹਾਡਾ ਨਾਮ? ਕਿਰਨ, ਹਾਈ।
ਕਿੰਨਾ ਸਮਾਂ ਹੋ ਗਿਆ ਕੈਨੇਡਾ ਰਹਿ ਰਹੇ ਨੂੰ? 1.5 year. 1.5 ਈਅਰ ਦਾ ਪੂਰਾ ਕੈਨੇਡਾ ਕਿਦਾਂ ਦਾ ਲੱਗਿਆ? Good place to live in, you know. ਤੇ ਜਿਹੜੇ ਇੱਥੇ ਆ ਰਹੇ ਆ ਉਹਨਾਂ ਨੂੰ ਪੇਰੈਂਟਸ ਨੂੰ ਕਹਿਣਾ ਚਾਹੋਗੇ ਕਿ ਕੁੜੀਆਂ ਇੱਥੇ ਸੇਫ ਹੈਗੀਆਂ ਕਿ ਨਹੀਂ ਸੇਫ? ਦੇਖੋ ਇਟ ਆਲ ਡਿਪੈਂਡਸ ਅਪਨ ਹਨਾ, ਆਪਣੇ ਕੁੜੀਆਂ ਦੇ ਹੱਥ ਤੇ ਡਿਪੈਂਡ ਕਰਦਾ, ਇੱਕ ਕੁੜੀ ਤੇ ਡਿਪੈਂਡ ਕਰਦਾ ਕਿ ਆਪਾਂ ਚਾਹੀਏ ਮਾਪਿਆਂ ਦੀ ਇੱਜ਼ਤ ਰੋਲ ਵੀ ਸਕਦੇ ਆ ਤੇ ਰੱਖਣੀ ਚਾਹੀਏ ਤੇ ਰੱਖ ਵੀ ਸਕਦੇ ਆ, ਰਾਈਟ? ਆਪਣੇ ਖੂਨ 'ਚ ਪੰਜਾਬੀ ਆ, ਆਪਾਂ ਕੰਪਲੀਟਲੀ ਵੈਸਟਰਨਾਈਜੇਸ਼ਨ ਤੇ ਅਡਾਪਟ ਨਹੀਂ ਕਰ ਸਕਦੇ, ਬਟ ਸਟਿਲ ਯੂ نو ਵਾਟ, ਆਪਾਂ ਨੂੰ ਲਿਮਿਟ 'ਚ ਰਹਿ ਕੇ ਕਰਨਾ ਚਾਹੀਦਾ ਜੋ ਵੀ ਆ। ਵਾਟ ਆਈ ਬਿਲੀਵ ਕਿ ਫੁੱਲ ਸਟਾਪ ਹੋਣਾ ਚਾਹੀਦਾ ਲਾਈਫ ਦੇ, ਕੁਝ ਵੀ ਕਰਦੇ ਆ ਆਪਾਂ ਪੇਰੈਂਟਸ ਤੋਂ ਚੋਰੀ, ਦੇयर ਸ਼ੁੱਡ ਬੀ ਅ ਫੁੱਲ ਸਟਾਪ, ਉਹਦੇ 'ਚ ਆਪਣੀ ਰਿਸਪੈਕਟ ਨੂੰ ਪ੍ਰਾਇੋਰਟੀ ਦਿਓ। ਇੰਝ ਹੈ ਨਹੀਂ ਕਿ ਕੈਨੇਡਾ ਸੇਫ ਨਹੀਂ ਹੈ, ਜੇ ਇੱਕ ਨੇ ਗਲਤੀ ਕਰ ਲਈ ਹੈ ਤੇ ਇਹਦਾ ਮਤਲਬ ਇਹ ਨਹੀਂ ਵੀ ਸਾਰੇ ਸੇਮ ਹੀ ਹੋਣਗੇ, ਇਟਸ ਨਾਟ ਲਾਈਕ ਦੈਟ। ਉਹਦੇ ਚਲੋ ਡਿਪੈਂਡਸ ਅਪਨ ਯੋਰ ਡੈਸਟਨੀ ਜਾਂ ਕੁਝ ਵੀ ਇੰਝ ਕਹਿ ਸਕਦੇ ਹੋ, ਬਟ ਆਈ ਡੋਂਟ ਥਿੰਕ ਸੋ ਵੀ ਇੱਦਾਂ ਸਾਰੀਆਂ ਕੁੜੀਆਂ ਨੂੰ ਸੇਮ ਨਜ਼ਰੀਏ ਨਾਲ ਦੇਖਣਾ ਚਾਹੀਦਾ। ਦੇਰ ਆਰ ਸਮ ਪੀਪਲ ਐਂਡ ਦੇਰ ਆਰ ਸਮ ਗਰਲਸ ਜੋ ਬਹੁਤ ਜ਼ਿਆਦਾ ਇੱਥੇ ਆ ਕੇ ਸਟਰਗਲ ਵੀ ਕਰਦੇ ਆ, ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਦੇ ਆ, ਕੋਈ ਇੱਥੇ ਆ ਕੇ ਲਾਅ ਕਰਦਾ, ਕੋਈ ਜੱਜਿਸ ਬਣ ਰਹੇ ਆ, ਰਾਈਟ? ਬਹੁਤ ਅੱਛੀਆਂ ਜੌਬਸ 'ਤੇ ਨੇ ਕੁੜੀਆਂ, ਤੇ ਇਟਸ ਨਾਟ ਲਾਈਕ ਦੈਟ ਕੁੜੀਆਂ ਸਗੋਂ ਜ਼ਿਆਦਾ ਐਕਸਲ ਕਰਦੀਆਂ। ਐਕਸਲ ਕਰਨ ਦੇ ਨਾਲ ਨਾਲ ਆਈ ਬਿਲੀਵ ਬੀਇੰਗ ਅ ਫੀਮੇਲ, ਮੈਨੂੰ ਕਹਿਣ ਲੱਗਿਆ ਵੀ ਸ਼ਰਮ ਆਉਂਦੀ ਆ, ਬਟ ਪਰਸਨਲੀ ਸੇਇੰਗ ਦੇ ਆਪਾਂ ਕੁੜੀਆਂ ਨੇ ਹੱਦਾਂ ਵੀ ਬਹੁਤ ਪਾਰ ਕੀਤੀਆਂ, ਬਹੁਤ ਜ਼ਿਆਦਾ ਲਿਮਿਟ ਕ੍ਰਾਸ ਕਰ ਚੁੱਕੀਆਂ ਆਪਾਂ। ਦ ਰਿਲੇਸ਼ਨਸ਼ਿਪ ਕੈਨੇਡਾ 'ਚ ਇੰਝ ਗਿਵ ਐਂਡ ਟੇਕ ਰਿਲੇਸ਼ਨਸ਼ਿਪ ਹੈ, ਕੁੜੀ ਕਹਿ ਦੂਗੀ ਮੈਨੂੰ ਘਰ ਤੱਕ ਡ੍ਰੌਪ ਕਰ ਦੇ, ਮੁੰਡੇ ਨੂੰ ਖਾਣਾ ਬਣਿਆ ਮਿਲ ਜਾਂਦਾ। ਦਿਸ ਇਜ਼ ਵਾਟ ਆਲ ਰਿਲੇਸ਼ਨਸ਼ਿਪ ਇਜ਼ ਨਾਓ ਅਡੇਜ਼। ਤੁਸੀਂ ਕਹਿਣਾ ਚਾਹੋਗੇ ਕਿ ਦੋਨੋਂ ਹੀ ਇਕੁਅਲ ਆ, ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਤੇ ਮੁੰਡੇ ਵੀ ਇਕੁਅਲ ਹੀ ਆ? ਐਗਜ਼ੈਕਟਲੀ, ਬੋਥ ਆਰ ਔਨ ਦ ਸੇਮ ਬੋਟ, ਕੋਈ ਵੀ ਫਰਕ ਨਹੀਂ ਰਿਹਾ। ਜੇ ਆਪਾਂ ਕਹਿ ਸਕਦੇ ਹਾਂ ਅੱਜ ਕੱਲ੍ਹ ਕੁੜੀ ਮੁੰਡੇ 'ਚ ਫਰਕ ਨਹੀਂ ਸਮਝਣਾ ਚਾਹੀਦਾ, ਦੈਨ ਵਾਟ ਆਈ ਬਿਲੀਵ ਕਿ ਯੂ ਕੈਨ ਕਲੈਪ ਵਿਦ ਵਨ ਹੈਂਡ, ਤੁਸੀਂ ਇੱਕ ਹੱਥ ਨਾਲ ਤਾੜੀ ਨਹੀਂ ਮਾਰ ਸਕਦੇ ਹੋ। ਜੇ ਕੁਝ ਕੁੜੀ ਨੇ ਸਟੈਪ ਲਿਆ ਤਾਂ ਡੈਟ ਮੀਨਸ ਆਟੋਮੈਟਿਕਲੀ ਮੁੰਡੇ ਨੇ ਵੀ ਕੁਝ ਗਲਤ ਕੀਤਾ ਹੋਊਗਾ, ਜੇ ਕੁੜੀ ਨੇ ਵੀ ਕੁਝ ਗਲਤ ਕੀਤਾ ਹੋਊਗਾ, ਦੋਨਾਂ ਹੱਥ ਤੇ ਹੁੰਦਾ, ਇੱਕ ਹੱਥ ਨਾਲ ਕਦੀ ਕੁਝ ਨਹੀਂ ਹੋ ਸਕਦਾ। ਤੇ ਜੇਕਰ ਜਿਵੇਂ ਗੱਲ ਕੀਤੀ ਹੈ ਤੁਸੀਂ ਮੁੰਡਿਆਂ ਦੇ ਬਾਰੇ ਕਿ ਮੁੰਡਿਆਂ ਨੂੰ ਵੀ ਇਦਾਂ ਹੀ ਹੈ ਕਿ ਰੋਟੀ ਪੱਕੀ ਪਕਾਈ ਮਿਲ ਜੇ, ਤੇ ਮੁੰਡੇ ਹੋਰ ਵੀ ਜੇਕਰ ਦੇਖਿਆ ਜਾਵੇ ਗੇੜੀਆਂ ਮਾਰਦੇ ਆ, ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਆ, ਜਾਂ ਫਿਰ ਕੁੜੀਆਂ ਵੀ ਕਾਫੀ ਸਾਰੀਆਂ ਇਦਾਂ ਦੀਆਂ ਹੈਗੀਆਂ ਆ, ਤੇ ਉਹਦੇ ਬਾਰੇ ਕੀ ਕਹੋਗੇ? ਕੁੜੀਆਂ ਵੀ ਅਗਰ ਦੇਖਿਆ ਜਾਏ, ਆਪਣਾ ਸ਼ੈਰੀਟਨ ਪਲਾਜ਼ਾ ਬਹੁਤ ਜ਼ਿਆਦਾ ਫੇਮਸ ਇਹਨਾਂ ਕੰਮਾਂ ਲਈ। ਸਾਡੇ ਨਾਲ ਰੀਸੈਂਟ ਇਨਸੀਡੈਂਟ ਹੋਇਆ ਸੀ, ਮੀ ਐਂਡ ਮਾਈ ਕਜ਼ਨ ਬੋਥ ਵਰ ਵਾਕਿੰਗ ਟੂ ਦੈਟ ਸਾਈਡ, ਆਪਾਂ ਕੋਈ ਅਸਾਈਨਮੈਂਟ ਜੀ ਪ੍ਰਿਪੇਅਰ ਕਰਦੇ ਪਏ ਸੀਗੇ, ਸੋ ਮੁੰਡਿਆਂ ਨੇ ਪੂਰੇ ਰਸਤੇ ਬਲੌਕ ਕਰ ਦਿੱਤੇ, ਠੀਕ ਹੈ ਕਿ ਬਿਲਕੁਲ ਨਿਕਲਣ ਨੂੰ ਜਗ੍ਹਾ ਨਹੀਂ ਰਹੀ, ਔਰ ਸਾਈਡ ਤੋਂ ਕੁੜੀ ਨੇ ਇੰਨਾ ਗੰਦਾ ਕਮੈਂਟ ਕੀਤਾ। ਮੈਂ ਬੀਇੰਗ ਅ ਜੱਟ ਫੈਮਿਲੀ ਤੋਂ, ਪੰਜਾਬ ਤੋਂ ਬਿਲੋਂਗ ਕਰਕੇ, ਆਈ ਰੀਅਲੀ ਫੀਲ ਸ਼ੇਮ ਵੀ ਮੈਨੂੰ ਇਹ ਵਰਡਸ ਨਹੀਂ ਬੋਲਣੇ ਚਾਹੀਦੇ ਬੀਇੰਗ ਲਾਈਵ ਔਨ ਕੈਮਰਾ, ਬਟ ਉਹ ਵਰਡ ਸੁਣਨ ਵਾਲੇ ਨਹੀਂ ਸੀ ਵੀ ਪੰਜਾਬੀ ਕੁੜੀਆਂ ਹੀ ਸੀਗੀਆਂ। ਦੇ ਵਰ ਫੁਲੀ ਡਰੰਕਨ, ਪੂਰੀ ਸਮੋਕ ਵੀਡ, ਮੁੰਡਿਆਂ ਤੋਂ ਕੋਈ ਘੱਟ ਨਹੀਂ। ਮੁੰਡੇ ਵੇਖ ਕੇ ਹੁਣ ਮੈਨੂੰ ਲੱਗਦਾ ਕਿ ਉਲਟਾ ਸਿਸਟਮ ਸ਼ੁਰੂ ਹੋ ਗਿਆ, ਮੁੰਡੇ ਵੇਖ ਕੇ ਸ਼ਰਮਾ ਰਹੇ ਆ ਵੀ ਹੁਣ ਆਪਾਂ ਨੂੰ ਲਿਮਿਟ ਕਰਨੀ ਚਾਹੀਦੀ, ਫਿਰ ਕੁੜੀ 911 ਦਾ ਨਜਾਇਜ਼ ਫਾਇਦਾ ਬਹੁਤ ਚੱਕਦੀਆਂ, ਮਿੰਟ 'ਚ ਹੋ ਗਿਆ ਕਰ ਦੋ 911 ਇਹ ਉਹ ਫਲਾਨ ਟਮਕਾਨ, ਐਂਡ ਦੇ ਨੋ ਇਟਸ ਅ ਫੀਮੇਲ ਡੋਮੀਨੇਟਿੰਗ ਸੋਸਾਇਟੀ ਬਣ ਚੁੱਕੀ ਹੈ, ਇਟਸ ਨਾਟ ਅ ਮੇਲ ਡੋਮੀਨੇਟਿੰਗ ਸੋਸਾਇਟੀ। ਸੋ ਮੈਂ ਮੇਲਸ ਦੇ ਫੇਵਰ 'ਚ ਆ ਬੇਸਿਕਲੀ, ਵੀ ਆਪਾਂ ਕੁੜੀਆਂ ਵੀ ਘੱਟ ਨਹੀਂ ਆ। ਮੁੰਡਿਆਂ ਦਾ ਇਹ ਕਿ ਹਿਡਨ ਨਹੀਂ ਰਹਿੰਦਾ, ਸਾਹਮਣੇ ਆ ਜਾਂਦਾ, ਕੁੜੀਆਂ ਦਾ ਹਿਡਨ ਰਹਿ ਕੇ ਬਹੁਤ ਕੁਝ ਹੋ ਰਿਹਾ। ਕੁੜੀਆਂ ਬਸ ਫਾਇਦਾ ਚੱਕ ਰਹੀਆਂ ਕਿ ਹਾਂ ਭੋਲੀਆਂ ਬਣ ਕੇ ਸਾਰਾ ਕੁਝ ਕਰ ਰਹੀਆਂ। ਐਗਜ਼ੈਕਟਲੀ ਅੰਦਰ ਖਾਤੇ ਸਾਰਾ ਕੁਝ, ਔਰ ਇਹ ਨਹੀਂ ਸਾਰੇ ਸੇਮ ਨਹੀਂ, ਮੈਂ ਕਹੂੰਗੀ ਸਾਰੇ ਸੇਮ ਨਹੀਂ ਆ। ਦੇਖੋ ਮੈਮ ਇਟ ਆਲ ਡਿਪੈਂਡਸ, ਠੀਕ ਹੈ, ਆਪਣੀ ਲਿਮਿਟਸ ਤੇ, ਆਪਣੀ ਫੈਮਿਲੀ ਬੈਕਗਰਾਊਂਡਸ ਤੇ, ਆਪਣੇ ਕਲਚਰ ਤੇ ਡਿਪੈਂਡ ਕਰਦਾ ਵੀ ਤੁਸੀਂ ਆਪਾਂ ਕਿੱਥੋਂ ਬਿਲੋਂਗ ਕਰਦੇ ਹਾਂ ਕੀ ਨਹੀਂ। ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਆਪਣਾ ਪੰਜਾਬੀ ਕਲਚਰ ਭੁੱਲਣਾ ਚਾਹੀਦਾ। ਦੇਰ ਆਰ ਸਰਟਨ ਲਿਮਿਟਸ, ਸਾਡੇ ਗੁਰਬਾਣੀ 'ਚ ਵੀ ਇਹ ਕੁਝ ਕਿਹਾ ਗਿਆ ਆ, ਸੋ ਕਿਉ ਬੰਦਾ ਆਖੇ ਜਿਤ ਜੰਮੇ ਰਾਜਾ, ਇਸਤਰੀ ਨੂੰ ਬਹੁਤ ਉੱਚਾ ਦਰਜਾ ਦਿੱਤਾ ਆ ਗੁਰੂ ਗ੍ਰੰਥ ਸਾਹਿਬ 'ਚ ਵੀ, ਕਿ ਇਸਤਰੀ ਦੇ ਹੀ ਪੇਟ ਤੋਂ ਬੱਚੇ ਪੈਦਾ ਹੁੰਦੇ ਆ, ਜੋ ਫੀਮੇਲਸ ਨੂੰ ਆਪਣੀ ਰਿਸਪੈਕਟ ਆਪ ਕਰਾਉਣੀ ਆਉਣੀ ਚਾਹੀਦੀ ਆ, ਰਾਈਟ? ਯੂ ਸ਼ੁੱਡ ਨੋ ਹਾਊ ਟੂ ਗੈਟ ਰਿਸਪੈਕਟਡ ਐਂਡ ਗਿਵ ਰਿਸਪੈਕਟ ਟੂ ਅਦਰਸ, ਫਿਰ ਹੀ ਤੁਹਾਨੂੰ ਵਾਪਸ ਮਿਲੂਗੇ। ਇੰਝ ਤੇ ਹੈ ਨਹੀਂ, ਇਟਸ ਕੈਨੇਡਾ ਬਹੁਤ ਐਡਵਾਂਸ ਕੰਟਰੀ ਹੈ, ਦਿਮਾਗ ਨਹੀਂ ਕਿਸੇ ਦਾ ਖਰਾਬ, ਇੰਝ ਤੇ ਕੋਈ ਮੁੰਡਾ ਵੀ ਤੁਹਾਡੇ ਪਿੱਛੇ ਨਹੀਂ ਆ ਸਕਦਾ। ਤੁਹਾਡੇ ਆਪ ਤੇ ਡਿਪੈਂਡ ਆ ਵੀ ਤੁਸੀਂ 1 ਸੈਕਿੰਡ ਚਲਾਓ, ਪੂਰੇ ਬਰੈਂਪਟਨ ਮੁੰਡੇ ਪਿੱਛੇ ਲਾ ਲਓ, ਨਹੀਂ ਮਿਲਾਓ, ਕੋਈ ਵੀ ਨਹੀਂ ਆਊਗਾ, ਵਾਕ ਅਵੇ। ਸੋ ਵਾਟ ਆਈ ਬਿਲੀਵ। ਤੇ ਤੁਸੀਂ ਫਿਲਹਾਲ ਮੈਰਿਡ ਹੋ ਜਾਂ ਅਨਮੈਰਿਡ ਹੋ? ਆਈ ਐਮ ਅਨਮੈਰਿਡ। ਤੇ ਵਿਆਹ ਦਾ ਪਲਾਨ ਹੈਗਾ ਫਿਰ? ਬਿਲਕੁਲ ਨਹੀਂ, ਹਜੇ ਤਾਂ ਬਿਲਕੁਲ ਨਹੀਂ, ਹਜੇ ਮੈਂ ਆਪਣੇ ਆਪ ਨੂੰ ਸੈਟਲ ਡਾਊਨ ਕਰਨਾ ਚਾਹੂੰਗੀ, ਸੋ ਆਈ ਡੋਂਟ ਹੈਵ ਐਨੀ ਪਲਾਨਸ ਫॉर ਮੈਰਿਜ। ਤੇ ਕੀ ਪ੍ਰੈਫਰ ਕਰੋਗੇ, ਲਵ ਮੈਰਿਜ ਜਾਂ ਅਰੇਂਜ ਮੈਰਿਜ ਆ, ਸਾਰੇ ਮਾਹੌਲ ਨੂੰ ਦੇਖ ਕੇ? ਲਾਈਕ ਇੰਝ ਕੁਛ ਨਹੀਂ ਆ, ਲਵ ਮੈਰਿਜ ਅਰੇਂਜ ਮੈਨੂੰ ਕੋਈ ਚੰਗਾ ਲੱਗੂਗਾ, ਡੈਫੀਨੇਟਲੀ ਆਈ ਟਾਕ ਟੂ ਮਾਈ ਪੈਰੈਂਟਸ, ਵੀ ਮੇਰੇ ਪੈਰੈਂਟਸ ਇੰਝ ਨਹੀਂ ਵੀ ਕੋਈ ਮੰਨੂਗੇ ਨਹੀਂ, ਮੇਰੇ ਨਹੀਂ ਐਟਲੀਸਟ ਯਾਰ, ਕਿਸੇ ਦੇ ਵੀ ਪੈਰੈਂਟਸ ਇੰਝ ਨਹੀਂ ਹੁੰਦੇ। ਬੱਚਿਆਂ ਲਈ ਪੇਰੈਂਟਸ ਬਹੁਤ ਕੁਝ ਕਰਦੇ, ਜੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਉਹਨਾਂ ਨੇ, ਸੋ ਆਫ ਕੋਰਸ ਡੈਫੀਨੇਟਲੀ ਮੈਨੂੰ ਸਪੋਰਟ ਕਰਨਗੇ। ਐਂਡ ਆਫਟਰ ਆਲ ਆਮ ਅ ਲਾਅ ਸਟੂਡੈਂਟ ਹੇਅਰ, ਸੋ ਮੈਨੂੰ ਨਹੀਂ ਲੱਗਦਾ ਕਿ ਵੀ ਪੇਰੈਂਟਸ ਨੂੰ ਕੋਈ ਪ੍ਰੋਬਲਮ ਹੋਊਗੀ। ਮੈਂ ਕੁਝ ਗਲਤ ਆਂਟਿਲ ਅਨਲੈਸ ਮੈਂ ਉਹਨਾਂ ਨਾਲ ਕੁਝ ਗਲਤ ਨਹੀਂ ਕਰ ਰਹੀ।
ਤੇ ਜਿਹੜੀਆਂ ਕੁੜੀਆਂ ਇੱਥੇ ਆ ਕੇ ਬਦਲ ਜਾਂਦੀਆਂ ਨੇ ਕਿ ਉਹਦਾ ਮੇਨ ਰੀਜ਼ਨ ਕੀ ਮੰਨਦੇ ਹੋ ਕਿ ਵਿਆਹੇ ਵੇਰੇ ਹੋ ਕੇ ਵੀ ਜੇਕਰ ਇੱਥੇ ਆ ਕੇ ਦੂਜੇ ਬੰਦੇ ਨਾਲ ਇਹਦੇ ਲਈ ਪਤਾ ਕੀ ਆ, ਇਹਦੇ ਲਈ ਆਪਣੇ ਇੰਡੀਆ 'ਚ ਪਾਵਰਟੀ ਸਟ੍ਰਾਈਕਨ ਹੋਣ ਕਰਕੇ ਕੰਟਰੀ ਪੇਰੈਂਟਸ ਜਿਹੜੇ ਗਰੀਬ ਨੇ ਉਹ ਵਿਚਾਰੇ ਇਹ ਸੋਚਦੇ ਆ ਕਿ ਆਪਾਂ ਇੱਕ ਧੀ ਨੂੰ ਵਿਆਹ ਕਰਕੇ ਸਿਰੋਂ ਭਾਰ ਲਾਈਏ। ਦੇ ਥਿੰਕ ਔਰ ਦੇ ਟੇਕ ਅ ਡਿਊ ਰਿਸਪੌਂਸਿਬਿਲਿਟੀ ਫॉर ਦੈਟ ਥਿੰਗ। ਉਹਨਾਂ ਨੂੰ ਲੱਗਦਾ ਕਿ ਆਪਾਂ ਨੂੰ ਆਪਣੀ ਰਿਸਪੌਂਸਿਬਿਲਿਟੀ ਸ਼ੈਡ ਅਪਨ ਕਰਨੀ ਚਾਹੀਦੀ ਆ। ਫਿਰ ਉਹ ਇੰਜ ਹੋ ਜਾਂਦਾ ਵੀ ਚਲੋ ਠੀਕ ਆ, ਆਪਾਂ ਆਇਲਸ ਕਰਾ ਦਿੰਦੇ ਆ, ਮੁੰਡੇ ਵਾਲੇ ਪੈਸੇ ਲਾ ਦਿੰਦੇ ਆ। ਇੱਥੇ ਕਿਤੇ ਨਾ ਕਿਤੇ ਜੇ ਆਪਾਂ ਵੇਖੀਏ ਬੁੱਢੇ ਮਾਂ-ਬਾਪ ਨੇ, ਕੋਈ ਵੀ ਮਾਂ-ਬਾਪ ਨਹੀਂ ਚਾਹੁੰਦਾ ਵੀ ਉਹਦੀ ਧੀ ਦੀ ਆਉਣ ਵਾਲੀ ਜਿਹੜਾ ਫਿਊਚਰ ਆ ਜਾਂ ਉਹਦੀ ਆਉਣ ਵਾਲੀ ਜਿਹੜੀ ਕਿਸਮਤ ਆ ਉਹ ਇੰਜ ਦੀ ਹੋਵੇ। ਸਾਰੇ ਮਾਪੇ ਚਾਹੁੰਦੇ ਹੁੰਦੇ ਆ ਵੀ ਧੀਆਂ ਦਾ ਘਰ ਬਹੁਤ ਸੋਹਣੇ ਤਰੀਕੇ ਨਾਲ ਵਸੇ, ਤੇ ਕੋਈ ਮਾਂ ਇਹ ਨਹੀਂ ਚਾਹੁੰਦੀ ਹੁੰਦੀ ਉਹਦੇ ਪੁੱਤ ਦਾ ਘਰ ਖਰਾਬ ਹੋਏ। ਕੋਈ ਮਾਂ ਨਹੀਂ ਚਾਹੁੰਦੀ, ਠੀਕ ਹੈ। ਬਾਕੀ ਆਈ ਬਿਲੀਵ ਵੀ ਇਹ ਇੱਕ ਕੰਟਰੈਕਟ ਹੋ ਗਿਆ ਮੈਰਿਜ ਜਿਹੜਾ ਨਾ, ਵੀ ਗਿਵ ਐਂਡ ਟੇਕ ਰਿਲੇਸ਼ਨਸ਼ਿਪ ਹੋ ਗਿਆ। ਤੁਸੀਂ ਆਪਾਂ ਕੁੜੀ ਨੂੰ ਆਇਲਸ ਕਰਾ ਦਿੰਦੇ ਆ, ਤੁਸੀਂ ਪੈਸੇ ਲਾ ਦਿਓ। ਇੱਥੇ ਆ ਕੇ ਬਦਲਣਾ, ਕੁੜੀਆਂ ਵਿਚਾਰੀਆਂ ਇਮੈਚੁਰ ਹੁੰਦੀਆਂ, +2 ਕਰਕੇ ਕੁਝ ਦੇਖਿਆ ਨਹੀਂ ਹੁੰਦਾ ਵਿਚਾਰਿਆਂ ਨੇ, ਕਿਉਂਕਿ ਬ੍ਰੇਨ ਇਹਨਾਂ ਡਿਵੈਲਪ ਨਹੀਂ ਹੋਇਆ ਹੁੰਦਾ, ਰਾਈਟ। ਫਿਰ ਉਹ ਕੀ ਅਲਟੀਮੇਟਲੀ ਹੁੰਦਾ, ਬੱਚੇ ਵਿਚਾਰੇ ਇੱਥੇ ਇੱਕਦਮ ਸਪਰਿੰਗ ਵਾਂਗ ਆਪਾਂ ਛੱਡੇ ਜਾਂਦੇ ਆ। ਫਰੀडम ਬਹੁਤ ਜ਼ਿਆਦਾ ਮਿਲ ਜਾਂਦੀ ਆ। ਫਰੀडम ਮਿਲਣ ਦੇ ਕਰਕੇ ਕੀ ਹੁੰਦਾ, ਆਪਾਂ ਫਿਰ ਨੈਚੁਰਲੀ ਗਲਤ ਚੀਜ਼ਾਂ 'ਚ ਇੰਡਲਜ ਹੋ ਜਾਂਦੇ ਆ, ਠੀਕ ਹੈ। ਅਗਰ ਇਸ ਕੰਟਰੀ ਨੂੰ ਆਪਾਂ ਲਈਏ ਤੇ ਇਹਨੂੰ ਬਹੁਤ ਸਾਰੇ ਪੋਜ਼ਿਟਿਵ ਵੇਜ਼ 'ਚ ਲੈ ਸਕਦੇ ਆ ਆਪਾਂ, ਠੀਕ ਹੈ। ਬਾਕੀ ਕੁੜੀਆਂ, ਕੰਪਨੀ ਮੈਟਰਸ ਅ ਲੋਟ। ਤੁਸੀਂ ਕੈਂਚ ਦੀ ਕੰਪਨੀ 'ਚ ਰਹਿ ਰਹੇ ਹੋ, ਬਹੁਤ ਜ਼ਿਆਦਾ ਇਫੈਕਟ ਪੈਂਦਾ। ਹੁਣ ਦੇਖੋ ਆਪਾਂ ਪੋਜ਼ਿਟਿਵ ਚੀਜ਼ ਨੂੰ ਗ੍ਰੈਬ ਕਰਨ ਲੱਗਿਆ ਬਹੁਤ ਟਾਈਮ ਲੱਗਦਾ, ਨੈਗੇਟਿਵ 1 ਮਿੰਟ 'ਚ ਹਾਵੀ ਹੋ ਜਾਂਦੀ ਹੈ ਸਾਡੇ ਤੇ। ਵਾਟ ਆਈ ਬਿਲੀਵ, ਸਵੇਰੇ ਉੱਠੋ, ਆਪਣਾ ਕਲਚਰ ਨਾ ਭੁੱਲੋ, ਵਾਹਿਗੁਰੂ ਦਾ ਨਾਮ ਲਓ, ਪਾਠ ਕਰੋ, ਆਪਣੇ ਕੰਮ ਤੇ ਜਾਓ, ਪੇਰੈਂਟਸ ਨੂੰ ਫੋਨ ਕਰੋ, ਜੇ ਕੋਈ ਲਾਈਫ ਪਾਰਟਨਰ ਆ ਤੇ ਇੱਕ ਨਾ ਰਹਿ ਕੇ ਗੱਲ ਕਰੋ। ਐਂਡ ਆਈ ਸਟਰੋਂਗਲੀ ਇਨਕਰੇਜ ਗਰਲਸ ਕਿ ਆਪਣਾ ਨਾਮ ਰੋਸ਼ਨ ਕਰੋ, ਠੀਕ ਹੈ। ਤੇ ਅਗਰ ਇੱਕ ਮੁੰਡੇ ਦੇ ਸਿਰ ਤੇ ਵੀ ਤੇ ਬੋਝ ਹੁੰਦਾ ਨਾ ਵੀ ਹਾਂ ਘਰ ਦੀ ਡਾਊਨ ਪੇਮੈਂਟ ਮੁੰਡਾ ਹੀ ਇਕੱਠਾ ਕਰੇ, ਆਈ ਬਿਲੀਵ ਵੀ ਇਕੁਅਲ ਕੰਟਰੀਬਿਊਸ਼ਨ ਹੋਣਾ ਚਾਹੀਦਾ। ਕੁੜੀਆਂ ਨੂੰ ਇੰਨੀ ਕੁ ਸਟਰਗਲ ਕਰਨੀ ਚਾਹੀਦੀ ਆ। ਵਿਆਹ ਤੋਂ ਬਾਅਦ ਜਿਹੜੇ ਆਈਫੋਨ, ਏਅਰਪੋਡਸ, ਆਈ ਵਾਚ ਲੈ ਤੇ ਦੇ ਸ਼ੁੱਡ ਆਪਣਾ ਸੇਵਿੰਗ ਕਰਕੇ ਡਾਊਨ ਪੇਮੈਂਟ ਇਕੱਠੀ ਕਰੋ, ਆਪਣਾ ਮਿਲ ਕੇ ਕੰਮ ਕਰੋ, ਮਿਲ ਕੇ ਘਰ ਲਓ। ਕੁੜੀਆਂ ਨਾ ਮੁੰਡਿਆਂ ਦੇ ਸਿਰ ਤੇ ਬੋਝ ਬਣਨ ਤੇ ਮੁੰਡੇ ਵੀ ਨਾ ਬਣਨ। ਇੰਡੀਪੈਂਡੈਂਟਲੀ ਜ਼ਿੰਦਗੀ ਜੀਓ, ਇਟਸ ਵਨ ਲਾਈਫ, ਬਾਰ-ਬਾਰ ਨਹੀਂ ਮਿਲਣੀ, ਸੋ ਇੰਜੋਏ। ਹੋਰ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੀਆਂ ਕੁੜੀਆਂ ਦੇਖ ਰਹੀਆਂ ਨੇ ਸਪੈਸ਼ਲੀ, ਕਿਉਂਕਿ ਇੱਕ ਕੁੜੀ ਨੂੰ ਕੁੜੀ ਕਹਿੰਦੇ ਆ ਕਿ ਜ਼ਿਆਦਾ ਜਲਦੀ ਸਮਝਾ ਸਕਦੇ, ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਕੁੜੀਆਂ ਵੀ, ਮੈਂ ਇਹ ਨਹੀਂ ਕਹਿੰਦੀ ਵੀ ਸਾਰੀ ਗਲਤੀ ਕੁੜੀਆਂ ਦੀ ਹੁੰਦੀ ਆ, ਮੁੰਡਿਆਂ ਦੀ ਵੀ ਬਹੁਤ ਹੁੰਦੀ ਆ। ਅੱਜ ਕੱਲ ਆਪਣੇ ਜੱਟ ਬਰਾਦਰੀ 'ਚ ਤੇ ਆਹੀ ਹੋ ਚੁੱਕਿਆ ਵੀ ਕੁੜੀ ਕੁਝ ਬੋਲ ਨਹੀਂ ਸਕਦੀ, ਮੁੰਡਾ ਗੁੱਸੇ 'ਚ ਜਲਦੀ ਆ ਜਾਂਦਾ। ਸਾਨੂੰ ਆਹੀ ਸੁਣਨ ਨੂੰ ਮਿਲਦਾ ਵੀ ਚਲੋ ਆਈ ਬਿਲੀਵ ਵੀ ਕੁੜੀਆਂ ਬਹੁਤ ਕੁਝ ਕਰਦੀਆਂ ਨੇ, ਕੁੜੀ ਤੋਂ ਬਿਨਾਂ ਘਰ ਨਹੀਂ ਬਣਦੇ ਹੁੰਦੇ। ਮੁੰਡਿਆਂ ਨੂੰ ਵੀ ਰਿਸਪੈਕਟ ਕਰਨੀ ਚਾਹੀਦੀ ਆ। ਬੀਇੰਗ ਅ ਫੀਮੇਲਸ, ਬਹੁਤ ਉੱਚਾ ਦਰਜਾ ਫੀਮੇਲਸ ਦਾ। ਸੋ ਫੀਮੇਲਸ ਨੂੰ ਵੀ ਬਹੁਤ ਐਕਟਿਵਲੀ ਪਾਰਟਿਸਿਪੇਟ ਕਰਨਾ ਚਾਹੀਦਾ। ਫੀਮੇਲਸ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਇੱਕ ਕੁੜੀ ਨਾ ਘਰ 'ਚ ਹੋਵੇ ਤੇ ਘਰ ਬਹੁਤ ਖਰਾਬ ਹੁੰਦਾ ਆ ਮੁੰਡੇ ਦਾ, ਠੀਕ ਹੈ। ਕਿਉਂਕਿ ਮੁੰਡੇ ਦਾ ਬਾਹਰੋਂ ਕਮਾ ਕੇ ਲਿਆ ਦੇਣਾ, ਸਾਂਭਣਾ ਸਾਰਾ ਕੁਝ ਕੁੜੀ ਨੇ ਹੀ ਆ, ਠੀਕ ਹੈ। ਸੋ ਆਈ ਬਿਲੀਵ ਕੁੜੀਆਂ ਆਪਾਂ ਬਹੁਤ ਅੱਗੇ ਹੋ ਚੁੱਕੇ ਆ, ਠੀਕ ਹੈ। ਸੋ ਦੇ ਮੁੰਡਿਆਂ ਨੂੰ ਵੀ ਰਿਸਪੈਕਟ ਦੇਣੀ ਚਾਹੀਦੀ ਹੈ ਪ੍ਰੋਪਰ। ਆਈ ਐਮ ਪ੍ਰਾਊਡ ਬੀਇੰਗ ਅ ਫੀਮੇਲ। ਮੈਂ ਬਹੁਤ ਪ੍ਰਾਊਡ ਹੈ ਇਸ ਚੀਜ਼ ਤੇ ਵੀ ਮੈਂ ਵੀ ਕੁੜੀਆਂ। ਆਈ ਬਿਲੀਵ ਵੀ ਆਪਾਂ ਨੂੰ ਉਹਨਾਂ ਦੇ ਬੋਝ ਨਹੀਂ ਬਣਨਾ ਚਾਹੀਦਾ। ਆਪਾਂ ਸਾਰੇ ਮਿਲ ਕੇ ਬਹੁਤ ਕੰਮ ਕਰੀਏ, ਆਪਣਾ ਨਾਮ ਰੋਸ਼ਨ ਕਰੀਏ, ਪੇਰੈਂਟਸ ਦਾ ਨਾਮ ਰੋਸ਼ਨ ਕਰੀਏ, ਤਾਂ ਕਿ ਸਾਨੂੰ ਕਿਸੇ ਤੇ ਡਿਪੈਂਡੈਂਟ ਹੋਣਾ ਨਾ ਪਵੇ, ਸਾਨੂੰ ਕਿਸੇ ਦੇ ਅੱਗੇ ਹੱਥ ਨਾ ਅੱਡਣਾ ਪਵੇ $1 ਲਈ ਵੀ, ਕਿ ਆਪਣਾ ਕਮਾਓ, ਆਪ ਦਾ ਖਰਚੋ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ? ਅਮਨ। ਕਿੰਨਾ ਸਮਾਂ ਹੋ ਗਿਆ ਕੈਨੇਡਾ ਦੇ ਵਿੱਚ ਰਹਿ ਰਹੇ ਹੋ? ਆਲਮੋਸਟ 1 ਈਅਰ। ਆਲਮੋਸਟ 1 ਈਅਰ ਹੋ ਗਿਆ। ਕਿੱਦਾਂ ਦਾ ਐਕਸਪੀਰੀਅੰਸ ਰਿਹਾ ਫਿਰ ਕੈਨੇਡਾ ਦਾ? ਬਹੁਤ ਵਧੀਆ, ਇੰਡੀਆ ਨਾਲ ਤਾਂ ਬਹੁਤ ਜ਼ਿਆਦਾ ਵਧੀਆ। ਇੱਥੇ ਇਕੱਲੇ ਆਏ ਆ, ਹੁਣ ਤਾਂ ਬ੍ਰਦਰ ਆ ਗਿਆ, ਬਹੁਤ ਜ਼ਿਆਦਾ ਵਧੀਆ ਫੀਲ ਹੁੰਦਾ ਇਕੱਲੇ ਰਹਿ ਕੇ। ਤੇ ਇਦਾਂ ਦੀ ਕਿਹੜੀ ਚੀਜ਼ ਸੀਗੀ ਵੀ ਜਿਹੜੀ ਇੰਡੀਆ ਤੋਂ ਕਹਿ ਰਹੇ ਹੋ ਕਿ ਵਧੀਆ ਲੱਗ ਰਿਹਾ ਹੈ ਕੈਨੇਡਾ, ਇਦਾਂ ਦੀ ਕਿਹੜੀ ਚੀਜ਼ ਆ ਫਿਰ? ਇੱਥੇ ਮਾਹੌਲ ਦਾ ਬਹੁਤ ਫਰਕ ਹੈ। ਇੰਡੀਆ ਕੁੜੀਆਂ ਨੂੰ ਕੁਝ ਕਰ ਨਹੀਂ ਦਿੱਤਾ ਜਾ ਰਿਹਾ, ਇੱਥੇ ਓਪਰਚੁਨਿਟੀ ਸੇਮ ਆ ਕੁੜੀਆਂ ਲਈ ਵੀ ਮੁੰਡਿਆਂ ਲਈ ਵੀ। ਜਿਵੇਂ ਆਪਾਂ ਆਪ ਜੌਬ ਕਰਦੇ ਹਾਂ, ਇੱਥੇ ਇੰਡੀਪੈਂਡੈਂਸ ਦੀ ਮੇਨ ਓਪਰਚੁਨਿਟੀ ਆ, ਆਪਾਂ ਆਪ ਸਭ ਕੁਝ ਕਰ ਸਕਦੇ ਹਾਂ, ਰਾਈਟ। ਐਂਡ ਇਹ ਸਭ ਤੋਂ ਵਧੀਆ ਲੱਗਿਆ ਵੀ ਆਪਾਂ ਜੋ ਕਮਾਉਣੇ ਆਪਾਂ ਆਪ ਲਾ ਸਕਦੇ ਹਾਂ। ਕੁੜੀਆਂ ਦੇ ਲਈ ਕਹਿ ਰਹੇ ਹੋ ਕਿ ਕੈਨੇਡਾ ਜ਼ਿਆਦਾ ਵਧੀਆ ਹੈਗਾ, ਤੇ ਇਹ ਸਾਨੂੰ ਅਕਸਰ ਹੀ ਕਮੈਂਟ ਬਾਕਸ ਦੇ ਵਿੱਚ ਵੀ ਸਵਾਲ ਪੁੱਛਿਆ ਜਾਂਦਾ ਹੈ ਕਿ ਕੁੜੀਆਂ ਦੇ ਲਈ ਲਾਈਫ ਇੱਥੇ ਸੇਫ ਹੈਗੀ ਆ ਕਿ ਨਹੀਂ। ਪੇਰੈਂਟਸ ਪੁੱਛਣਾ ਚਾਹੁੰਦੇ ਆ ਕਿ ਉਹ ਆਪਣੀਆਂ ਕੁੜੀਆਂ ਨੂੰ ਇੱਥੇ ਭੇਜਣ ਕਿ ਨਾ ਭੇਜਣ, ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੇਰੇ ਵੱਲੋਂ ਤਾਂ ਇਹੀ ਸੁਨੇਹਾ ਵੀ ਭੇਜਣ, ਕਿਉਂਕਿ ਇੱਥੇ ਕੁੜੀਆਂ ਦੀ ਲਾਈਫ ਬਹੁਤ ਹੀ ਜ਼ਿਆਦਾ ਵਧੀਆ ਐਜ਼ ਕੰਪੇਅਰ ਟੂ ਲਾਈਕ ਇੰਡੀਆ। ਬਿਕੋਜ਼ ਇੰਡੀਆ ਵਿੱਚ ਉਹ ਚੀਜ਼ਾਂ ਨਹੀਂ ਗੀਆਂ ਜੋ ਇੱਥੇ ਆ। ਜਿਵੇਂ ਆਪਾਂ ਖੁਦ ਸਾਰਾ ਕੁਝ ਕਰ ਸਕਦੇ ਇੱਥੇ, ਰਾਈਟ। ਆਪਾਂ ਆਪ ਜਾਂਦੇ ਹਾਂ, ਆਪ ਆਉਂਦੇ ਹਾਂ, ਉੱਥੇ ਸਾਰਾ ਆਪਾਂ
ਮੰਨ ਲਓ ਵਿਆਹ ਹੋ ਗਿਆ ਸਹੁਰਿਆਂ ਤੇ ਆਪਾਂ ਡਿਪੈਂਡ ਹੁੰਦੇ, ਇੱਥੇ ਕੋਈ ਇਹੋ ਜਿਹਾ ਨਹੀਂ ਵੀ ਆਪਾਂ ਨੂੰ ਸਹੁਰਿਆਂ ਤੇ ਡਿਪੈਂਡ ਹੋਣਾ ਪਵੇ। ਕੋਈ ਚੀਜ਼ ਲੈਣੀ ਆ ਉਹ ਵੀ ਆਪਾਂ ਕਿਸੇ ਤੋਂ ਮੰਗ ਕੇ ਲੈਣੀ ਆ, ਇੱਥੇ ਆਪਾਂ ਆਪ ਲੈ ਸਕਦੇ ਹਾਂ, ਉੱਥੇ ਇਹ ਚੀਜ਼ਾਂ ਨਹੀਂ ਆ। ਜਿਵੇਂ ਕਿ ਸੇਫਟੀ ਦੀ ਗੱਲ ਕਰੀਏ ਕਿ ਕੈਨੇਡਾ ਜ਼ਿਆਦਾ ਸੇਫ ਲੱਗਦਾ ਕਿ ਆਪਣਾ ਬੈਕ ਹੋਮ ਇੰਡੀਆ ਜ਼ਿਆਦਾ ਸੇਫ ਲੱਗਦਾ? ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕੈਨੇਡਾ ਹੀ ਸੇਫ ਆ, ਕਿਉਂਕਿ ਇੱਥੇ ਸਭ ਨੂੰ ਪਤਾ ਹੀ ਹੈ ਉੱਥੇ ਮੁੰਡਿਆਂ ਦਾ ਕਿਵੇਂ ਕਮੈਂਟਬਾਜ਼ੀ ਚੱਲਦੀ ਆ ਕੁੜੀਆਂ ਤੇ, ਇੱਥੇ ਉਹ ਚੀਜ਼ਾਂ ਨਹੀਂ ਗੀਆਂ। ਬਾਕੀ ਆਪਾਂ ਸ਼ਿਫਟਾਂ ਲਾਉਂਦੇ ਆ ਰਾਤ ਤੱਕ ਕੋਈ ਪ੍ਰੋਬਲਮ ਨਹੀਂ, ਜੇ ਆਪਾਂ ਰਾਤ ਨੂੰ ਘਰੇ ਆਉਂਦੇ ਆ ਕੋਈ ਪ੍ਰੋਬਲਮ ਨਹੀਂ ਗੀ, ਉੱਥੇ ਆਪਾਂ ਨਹੀਂ ਆ ਸਕਦੇ ਰਾਤ ਨੂੰ। ਜੇਕਰ ਗੱਲ ਕਰੀਏ ਜਿਵੇਂ ਤੁਸੀਂ ਵਿਆਹਾਂ ਦੀ ਗੱਲ ਕੀਤੀ ਆ, ਤੇ ਵਿਆਹਾਂ ਦੇ ਵਿੱਚ ਵੀ ਅੱਜ ਕੱਲ੍ਹ ਬਹੁਤ ਸਾਰੇ ਇਸ਼ੂਜ਼ ਹੋ ਰਹੇ ਆ, ਤੇ ਤੁਸੀਂ ਮੈਰਿਡ ਹੋ ਜਾਂ ਅਨਮੈਰਿਡ ਹੋ ਹਲੇ? ਹਾਏ ਤਾਂ ਮੈਰਿਡ ਹੀ। ਤੇ ਸਾਰਾ ਕੁਝ ਸੁਣ ਕੇ ਲੱਗਦਾ ਕਿ ਵਿਆਹ ਕਰਾਉਣਾ ਚਾਹੀਦਾ ਕਿ ਹਲੇ ਡਰ ਲੱਗਦਾ ਹੈ ਫਿਰ? ਨਹੀਂ ਹਜੇ ਤਾਂ ਉਮਰ ਹੀ ਨਹੀਂ, ਜਦੋਂ ਉਮਰ ਹੋ ਗਈ ਉਦੋਂ ਕਰਾ ਵੀ ਲਵਾਂਗੀ। ਤੇ ਵਿਆਹ ਦੇ ਬਾਰੇ ਕਹਿ ਰਹੇ ਆ ਕਿ ਕੁੜੀਆਂ ਇੱਥੇ ਆ ਕੇ ਫਰਾਡ ਕਰਦੀਆਂ, ਉਹਦੇ ਪਿੱਛੇ ਤੁਹਾਨੂੰ ਮੇਨ ਕਾਰਨ ਕੀ ਲੱਗਦਾ ਹੈ? ਮੇਨ ਕਾਰਨ ਕੁਝ ਕਹਿ ਨਹੀਂ ਸਕਦੇ, ਕਈ ਵਾਰ ਕੁੜੀਆਂ ਵੀ ਗਲਤ ਹੁੰਦੀਆਂ, ਕਈ ਵਾਰ ਮੁੰਡੇ ਵੀ ਗਲਤ ਹੁੰਦੇ ਆ। ਜਿਵੇਂ ਕਿ ਜੇ ਵਿਆਹ ਕਰਵਾ ਕੇ ਕੁੜੀਆਂ ਇੱਧਰ ਆਉਂਦੀਆਂ, ਇੱਥੇ ਆ ਕੇ ਹੋਰ ਕਿਸੇ ਨਾਲ ਕਰ ਲੈਂਦੇ ਆ ਫਰੈਂਡਸ਼ਿਪ ਵਗੈਰਾ, ਇੱਥੇ ਰਹਿਣ ਲੱਗ ਜਾਂਦੇ ਆ, ਬਾਕੀ ਉਦੋਂ ਮੁੰਡਿਆਂ ਨੂੰ ਧੋਖਾ ਮਿਲਦਾ ਰਾਈਟ। ਪਰ ਕਈ ਵਾਰ ਮੁੰਡੇ ਵਾਲੇ ਇੰਨਾ ਤੰਗ ਕਰਦੇ ਆ ਕੁੜੀਆਂ ਨੂੰ ਵੀ ਕੁੜੀਆਂ ਮਜਬੂਰ ਹੋ ਜਾਂਦੀਆਂ, ਜਿਵੇਂ ਹੁਣ ਕੁੜੀਆਂ ਸ਼ਿਫਟਾਂ ਵੀ ਲਾਉਂਦੀਆਂ ਰਾਈਟ, ਤੇ ਮੁੰਡੇ ਆ ਕੇ ਮੁੰਡੇ ਵਾਲੇ ਕਹਿੰਦੇ ਸਾਨੂੰ ਘਰੇ ਪੈਸੇ ਵੀ ਭੇਜੋ, ਇਹ ਵੀ ਚੀਜ਼ਾਂ ਹੋ ਜਾਂਦੀਆਂ। ਇਹਦਾ ਮੇਨ ਕਾਰਨ ਇਹ ਆ ਵੀ ਕਈ ਵਾਰ ਜਿਹੜੇ ਪੇਰੈਂਟਸ ਆ ਹੈ ਨਾ ਨਹੀਂ ਫੀਸਾਂ ਭਰ ਸਕਦੇ, ਤਾਂ ਕਰਕੇ ਉਹ ਵੀ ਛੋਟੀ ਏਜ 'ਚ ਵਿਆਹ ਕਰ ਦਿੰਦੇ ਆ ਕੁੜੀਆਂ ਦਾ। ਪਰ ਕਈ ਵਾਰ ਕੁੜੀਆਂ ਨੂੰ ਮੁੰਡੇ ਪਸੰਦ ਨਹੀਂ ਹੁੰਦੇ, ਤੇ ਇੱਕ ਛੋਟੀ ਏਜ ਕਰਕੇ ਇੱਥੇ ਆ ਕੇ ਉਹਨਾਂ ਦਾ ਮਤਲਬ ਇਨਵਾਇਰਨਮੈਂਟ ਦਾ ਬਹੁਤ ਪ੍ਰਭਾਵ ਪੈਂਦਾ। ਜਦੋਂ ਨਾਲ ਦੀਆਂ ਬਹੁਤ ਕੁਝ ਕਰਦੀਆਂ, ਉਹਨਾਂ ਨੂੰ ਵੇਖ ਕੇ ਕੁੜੀਆਂ ਵੀ ਉਦਾਂ ਦੀ ਕਰਦੀਆਂ ਵੀ ਜੇ ਉਹ ਮੁੰਡਾ ਨਹੀਂ ਪਸੰਦ ਅਸੀਂ ਇਹਦੇ ਨਾਲ ਕਰ ਲਈਏ। ਇਸ ਦਾ ਮੇਨ ਕਾਰਨ ਆਪਾਂ ਇਹੀ ਕਹਿ ਸਕਦੇ ਹਾਂ। ਤੁਹਾਨੂੰ ਕੀ ਲੱਗਦਾ ਕਿ ਇਸ ਚੀਜ਼ ਦੇ ਪਿੱਛੇ ਜ਼ਿਆਦਾ ਮੁੰਡੇ ਜ਼ਿੰਮੇਵਾਰ ਆ ਕਿ ਕੁੜੀਆਂ ਇਕੁਅਲੀ ਜ਼ਿੰਮੇਵਾਰ ਆ ਦੋਨਿਆਂ ਨੇ? ਮਤਲਬ ਤੁਹਾਨੂੰ ਕੀ ਇਹਦੇ ਬਾਰੇ ਲੱਗਦਾ ਹੈ? ਨਹੀਂ, ਜੇ ਤਾਂ ਮੁੰਡੇ ਵਾਲੇ ਪੈਸੇ ਲਾਉਂਦੇ ਆ ਕੁੜੀਆਂ ਆ ਕੇ ਧੋਖਾ ਦਿੰਦੀਆਂ, ਤਾਂ ਫਿਰ ਮੇਨ ਜ਼ਿੰਮੇਵਾਰ ਤਾਂ ਕੁੜੀਆਂ ਹੀ ਆ, ਕਿਉਂਕਿ ਮੁੰਡੇ ਵਾਲਿਆਂ ਨੇ ਬਹੁਤ ਪੈਸਾ ਖਰਚ ਕੀਤਾ ਹੁੰਦਾ ਇਹ 'ਤੇ। ਜੇ ਕੁੜੀਆਂ ਧੋਖਾ ਦੇਣ ਫਿਰ ਤਾਂ ਕੁੜੀਆਂ ਜ਼ਿੰਮੇਵਾਰ ਆ, ਪਰ ਕਈ ਵਾਰ ਫੈਮਿਲੀ ਜੇ ਇਨ-ਲॉस ਉਹ ਜਿਹੇ ਹੋਣ ਫਿਰ ਤਾਂ ਓਬਵੀਅਸ ਮੁੰਡੇ ਵਾਲੇ ਹੋਣਗੇ। ਇਹਦੇ ਬਾਰੇ ਜੇਕਰ ਮੈਂ ਆਪਦਾ ਪੁਆਇੰਟ ਆਫ View ਦੇਵਾਂ ਤਾਂ ਮੈਨੂੰ ਲੱਗਦਾ ਕਿ ਕੁੜੀਆਂ ਨੂੰ ਇੱਥੇ ਹੁਣ ਸਾਰੀਆਂ ਜਿੰਨੀਆਂ ਮੈਰਿਡ ਕੁੜੀਆਂ ਹੁੰਦੀਆਂ ਉਹਨਾਂ ਨੂੰ ਇਸੇ ਇੱਕ ਪੁਆਇੰਟ ਆਫ View ਦੇ ਥੱਲੇ ਰੱਖਿਆ ਜਾ ਰਿਹਾ ਕਿ ਸਾਰੇ ਹੀ ਇੱਕੋ ਜਿਹੇ ਆ। ਪੰਜੇ ਉਂਗਲਾਂ ਕਦੇ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕਈ ਵਾਰ ਇੱਦਾਂ ਹੁੰਦਾ ਕਿ ਕਿਸੇ ਦੀ ਮਜਬੂਰੀ ਹੁੰਦੀ ਆ, ਤੇ ਕਈ ਵਾਰ ਕੁੜੀਆਂ ਵੀ ਗਲਤ ਹੁੰਦੀਆਂ ਆ। ਇੱਥੇ ਸਿਰਫ ਆਪਾਂ ਇਹ ਨਹੀਂ ਕਹਿੰਦੇ ਕਿ ਮੁੰਡੇ ਹੀ ਗਲਤ ਹੁੰਦੇ ਆ, ਹੁਣ ਕੁੜੀਆਂ ਦੀਆਂ ਹੀ ਗਲਤੀਆਂ ਸਾਹਮਣੇ ਆ ਰਹੀਆਂ ਨੇ। ਤਾਂ ਇੱਕ ਇਹ ਵੀ ਚੀਜ਼ ਆ ਕਿ ਸਾਰਿਆਂ ਨੂੰ ਇੱਕੋ ਪੀੜ੍ਹੀ ਦੇ ਥੱਲੇ ਨਾ ਰੱਖੋ, ਕਿਉਂਕਿ ਜੇਕਰ ਆਪਾਂ ਇੱਕ ਦੇ ਕਰਕੇ ਦੂਜਿਆਂ ਨੂੰ ਤੰਗ ਪਰੇਸ਼ਾਨ ਕਰਦੇ ਹਾਂ ਤਾਂ ਉਹ ਚੀਜ਼ ਸਹੀ ਨਹੀਂ ਹੈਗੀ। ਜਿਵੇਂ ਕਿ ਤੁਹਾਨੂੰ ਸਾਲ ਹੋ ਚੁੱਕਿਆ ਹੈ ਕੈਨੇਡਾ ਦੇ ਵਿੱਚ ਰਹਿ ਰਹੇ ਨੂੰ, ਫਿਰ ਘਰਦਿਆਂ ਦੀ ਕਿੰਨੀ ਕੁ ਯਾਦ ਆਉਂਦੀ ਆ? ਘਰ ਦੀ ਯਾਦ ਤਾਂ ਆਉਂਦੀ ਆ, ਪਰ ਜ਼ਿਆਦਾ ਉਦੋਂ ਆਉਂਦੀ ਆ ਜਦੋਂ ਕੰਮ ਤੋਂ ਆਏ ਹੋਈਏ ਤੇ ਰੋਟੀ ਆਪ ਪਕਾਉਣੀ ਪਵੇ, ਜਾਂ ਵੈਸੇ ਕੋਈ ਕੰਮ ਹੈ ਨਾ। ਸਾਰੇ ਪਹਿਲਾਂ ਬਿੱਲ ਪਾਪਾ ਹੋਣੀ ਭਰਦੇ ਸੀ, ਹਰੇਕ ਚੀਜ਼ ਦੀ ਜ਼ਿੰਮੇਵਾਰੀ ਪਾਪਾ ਹੋਣਾ ਕੋਲ ਹੁੰਦੀ ਸੀ, ਪਰ ਇੱਥੇ ਆ ਕੇ ਸਾਰਾ ਕੁਝ ਆਪ ਨੂੰ ਕਰਨਾ ਪਿਆ। ਆਉਂਦੇ ਹੋਇਆਂ ਨੂੰ ਜਦੋਂ ਆਏ ਸੀ ਉਦੋਂ ਜ਼ਿਆਦਾ ਮਤਲਬ ਆਉਂਦੀ ਹੁੰਦੀ ਸੀ ਯਾਦ, ਹੁਣ ਵੀ ਯਾਦ ਆਉਂਦੀ ਆ, ਪਰ ਵੀ ਹੁਣ ਹੈਂਡਲ ਕਰ ਲੈਂਦੇ ਆਪਦੇ ਆਪ ਨੂੰ। ਇੱਥੇ ਫਰੈਂਡਸ ਜਿਹੜਾ ਹੈਗਾ ਸਰਕਲ ਉਹ ਵਧੀਆ ਮਿਲ ਗਿਆ ਫਿਰ? ਬਹੁਤ ਜ਼ਿਆਦਾ ਵਧੀਆ। ਅਸੀਂ 5 ਫਰੈਂਡਸ ਆ ਤੇ ਸਾਰੇ ਮੀਨਸ ਨੇੜੇ ਹੀ ਆ, ਤੇ ਕੁਝ ਜ਼ਿਆਦਾ ਹੀ ਵਧੀਆ। ਉਹ ਤਾਂ ਫਰੈਂਡਸ ਨਾਲ ਜੀ ਜਿਹੋ ਜਿਹੇ ਮੈਂ ਉੱਥੇ ਛੱਡ ਗਈ ਸੀ ਇੰਡੀਆ, ਉਹੋ ਜਿਹੇ ਮੈਨੂੰ ਇੱਥੇ ਮਿਲ ਗਏ ਆ। ਪਰ ਇੰਡੀਆ ਵਾਲਿਆਂ ਨੇ ਵੀ ਨਹੀਂ ਭੁੱਲੀ ਹਜੇ। ਸੁਨੇਹਾ ਦੇਣਾ ਚਾਹੁੰਦੀ ਹਾਂ ਵੀ ਇੰਡੀਆ ਵਾਲੇ ਇਹ ਨਾ ਕਹਿਣ ਵੀ ਨਵੇਂ ਫਰੈਂਡਸ ਮਿਲ ਗਏ ਆ ਜਾਂ ਜੇ ਉਹ, ਮੈਨੂੰ ਉਹ ਵੀ ਸਭ ਯਾਦ ਹੈ, ਪਰ ਇੱਥੋਂ ਵਾਲੇ ਵੀ ਬਹੁਤ ਜ਼ਿਆਦਾ ਚੰਗੇ ਆ। ਜੇਕਰ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਕਿ ਘਰਦਿਆਂ ਦੀ ਯਾਦ ਆਉਂਦੀ ਹੈ, ਤੇ ਫਿਰ ਇਹ ਵੀ ਲੋਕਾਂ ਵੱਲੋਂ ਕਮੈਂਟ ਕੀਤੇ ਜਾਂਦੇ ਆ ਕਿ ਯਾਦ ਆਉਂਦੀ ਹੈ ਵਾਪਸ ਚੱਲ ਜਾਓ, ਆਏ ਕਿਉਂ ਸੀਗੇ, ਇਦਾਂ ਦੇ ਬਹੁਤ ਸਾਰੇ ਨੈਗੇਟਿਵ ਕਮੈਂਟਸ ਆ ਜਿਹੜੇ। ਉਹਦੇ ਬਾਰੇ ਕੀ ਕਹੋਗੇ? ਵੇਖੋ ਜੀ, ਇਹ ਤਾਂ ਹੁਣ ਡਿਪੈਂਡ ਕਰਦਾ ਸਭ ਦਾ, ਕਿਸੇ ਦਾ ਨਹੀਂ ਜੀ ਲੱਗਦਾ ਇੱਥੇ ਪਹਿਲਾਂ ਆ ਕੇ, ਪਰ ਜਦੋਂ ਆਪਾਂ ਆਪਦੇ ਫਰੈਂਡਸ ਨਾਲ ਰਲ ਜਾਂਦੇ ਆ, ਜਾਂ ਮਤਲਬ ਸਾਲ 2 ਸਾਲ ਦੀ ਪਰੇਸ਼ਾਨੀ ਤਾਂ ਸਭ ਨੂੰ ਆਉਂਦੀ ਆ, ਜਦੋਂ ਸਭ ਕੁਝ ਵਧੀਆ ਸੈੱਟ ਹੋ ਜਾਂਦਾ ਫਿਰ ਆਪਾਂ ਆਟੋਮੈਟਿਕਲੀ ਮਤਲਬ ਪੇਰੈਂਟਸ ਨੂੰ ਇੱਧਰ ਸਾਥ ਸਕਦੇ ਆ। ਜਦੋਂ ਫੈਮਿਲੀ ਇੱਥੇ ਇਕੱਠੀ ਹੋ ਗਈ ਫਿਰ ਸਾਰਾ ਕੁਝ ਵਧੀਆ। ਪਹਿਲਾਂ ਤਾਂ ਪ੍ਰੋਬਲਮਸ ਆਉਣੀਆਂ ਹੀ ਆਉਣੀਆਂ, ਬਾਅਦ 'ਚ ਸਭ ਕੁਝ ਜਦੋਂ ਸੈੱਟ ਹੋ ਗਿਆ ਉਦੋਂ ਵਧੀਆ ਸਭ ਕੁਝ। ਤੇ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਕੈਨੇਡਾ ਦੀ ਤੁਹਾਨੂੰ ਸਭ ਤੋਂ ਵਧੀਆ ਲੱਗੀ ਹੈ? ਜਿਵੇਂ ਹੁੰਦਾ ਕਿ ਆਪਾਂ ਆਏ ਆ ਤੇ ਇਹ ਚੀਜ਼ਾਂ ਦੇਖ ਕੇ ਬਹੁਤ ਜ਼ਿਆਦਾ ਆਪਾਂ ਸ਼ੌਕ ਹੋ ਜਾਂਦੇ ਵੀ ਅੱਛਾ ਇਹ ਚੀਜ਼ ਇੱਥੇ ਹੈਗੀ ਆ। ਪਹਿਲੇ ਦਿਨ ਇੱਕ ਹਾਸੇ ਵਾਲੀ ਗੱਲ ਸੁਣਾਉਣੀ ਆ। ਪਹਿਲੇ ਦਿਨ ਮੈਂ ਬੱਸ 'ਚ ਚੜ੍ਹੀ, ਬੱਸ 'ਚ ਆਪਣੇ ਇੱਥੇ ਵਾਇਰਸ ਲੱਗੇ ਹੁੰਦੀਆਂ ਨਾ ਸਟਾਪ ਕਰਨ ਨੂੰ, ਤੇ ਉਹ ਸੀ। ਤੇ ਮੈਂ ਆਪਣੇ ਜਿਵੇਂ ਆਪਾਂ ਬੱਸ 'ਚ ਚੜ੍ਹਦੇ ਹਾਂ ਫਰੀਦਕੋਟ ਮੰਨ ਲਓ ਉੱਧਰਲੇ ਏਰੀਏ 'ਚ ਹੈ ਨਾ, ਬੱਸ 'ਚ ਚੜ੍ਹਦੇ ਆ ਜਦੋਂ ਮੋੜ ਆਉਂਦਾ ਆਪਾਂ ਇੱਕਦਮ ਇੱਕ ਪਾਸੇ ਨੂੰ ਹੋ ਜਾਂਦੇ ਆ। ਇੱਦਾਂ ਹੀ ਮੈਂ ਇੱਥੇ ਆਈ, ਮੈਂ ਉੱਪਰੋਂ ਵਾਇਰ ਖਿੱਚਤੀ, ਉਹ ਸਟਾਪ ਹੋ ਗਿਆ ਤੇ ਉਹਨਾਂ ਨੇ ਰੋਕਤੀ ਬੱਸ। ਤੇ ਬਾਅਦ 'ਚ ਮੇਰੇ ਮਤਲਬ ਕਜ਼ਨ ਨੇ ਕਿਹਾ ਵੀ ਰੋਂਗ ਹੋ ਗਿਆ ਸੀ ਬਾਈ ਮਿਸਟੇਕ, ਤੇ ਉਸ ਦਿਨ ਮੈਨੂੰ ਬਹੁਤ ਫੀਲ ਹੋਇਆ ਵੀ ਹਾਂ ਵੀ ਮੈਨੂੰ ਪਤਾ ਨਹੀਂ ਸੀ ਵੀ ਇੱਦਾਂ ਐਵੇਂ ਵੀ ਹੋ ਜਾਂਦਾ ਇੱਥੇ ਆ ਕੇ। ਉਹ ਚੀਜ਼ ਮੈਨੂੰ ਬਹੁਤ ਹਜੇ ਤੱਕ ਯਾਦ ਆ। ਤੇ ਇਹ ਤਾਂ ਬੱਸਾਂ ਦਾ ਐਕਸਪੀਰੀਅੰਸ ਹੋ ਗਿਆ ਕਿ ਇੱਥੇ ਆ ਕੇ ਕਾਫੀ ਸ਼ੌਕਿੰਗ ਚੀਜ਼ ਹੋ ਗਈ ਕਿ
ਇੰਡੀਆ ਦੇ ਵਿੱਚ ਤਾਂ ਉਹਨੂੰ ਮਾਰ ਕੇ ਹੱਥ ਕਹਿੰਦੇ ਆ ਕਿ ਬੱਸ ਰੋਕ ਦੋ ਇੱਥੇ ਆ ਕੇ ਉਹ ਖਿੱਚਣ ਦੇ ਨਾਲ ਹੀ ਬੱਸ ਰੁਕ ਜਾਂਦੀ ਆ। ਤੇ ਜਿਹੜੀ ਇੱਕ ਹੋਰ ਸਵਾਲ ਖੜਾ ਹੁੰਦਾ ਆ ਜਦੋਂ ਕਿ ਸ਼ਾਮ ਦੇ ਵੇਲੇ ਪਲਾਜ਼ਿਆਂ ਦੇ ਵਿੱਚ ਗੇੜੀਆਂ ਲੱਗਦੀਆਂ ਆ, ਕੁੜੀਆਂ ਉਦੋਂ ਬਹੁਤ ਅਨਕੰਫਰਟੇਬਲ ਫੀਲ ਕਰਦੀਆਂ ਆ। ਤੁਹਾਨੂੰ ਕਦੇ ਇਦਾਂ ਦਾ ਕੁਝ ਐਕਸਪੀਰੀਅੰਸ ਕਰਨਾ ਪਿਆ ਹੋਵੇ ਕਿ ਆਹ ਸਾਰਾ ਕੁਝ ਹੁੱਲੜਬਾਜੀ ਹੋ ਰਹੀ ਹੋਵੇ ਪਲਾਜ਼ਿਆਂ 'ਚ? ਨਹੀਂ, ਮੈਂ ਤਾਂ ਹਜੇ ਤੱਕ ਇਹੋ ਜਿਹਾ ਕੋਈ ਐਕਸਪੀਰੀਅੰਸ ਨਹੀਂ ਦੇਖਿਆ, ਕਿਉਂਕਿ ਮੈਂ ਆਲਮੋਸਟ ਸ਼ਿਫਟਾਂ ਤੇ ਹੁੰਦੀ ਹਾਂ ਸ਼ਾਮ ਨੂੰ, ਤੇ ਰਾਤ ਨੂੰ ਬਸ ਗੱਡੀ ਤੇ ਆ ਜਾਈਦਾ। ਰਾਤ ਨੂੰ ਤਾਂ ਮੈਂ ਕਦੇ ਗਈ ਨਹੀਂ ਪਲਾਜ਼ੇ 'ਚ। ਤੇ ਸ਼ਿਫਟਾਂ ਦੀ ਗੱਲ ਕਰ ਰਹੇ ਹੋ, ਸ਼ਿਫਟਾਂ ਫਿਰ ਲਾਉਣੀਆਂ ਔਖੀਆਂ ਲੱਗਦੀਆਂ ਇੱਥੇ? ਨਹੀਂ, ਪਹਿਲਾਂ ਵੀ ਨਹੀਂ ਲੱਗੀਆਂ ਸੀ, ਹੁਣ ਵੀ ਨਹੀਂ ਲੱਗੀਆਂ ਸ਼ਿਫਟਾਂ, ਪਤਾ ਨਹੀਂ ਕਿਉਂ, ਪਰ ਯਾਦ ਜ਼ਰੂਰ ਹੁੰਦੀ ਆ ਘਰਦਿਆਂ ਦੀ ਜਦੋਂ ਸ਼ਿਫਟਾਂ ਵਗੈਰਾ ਲਾਈ ਦੀਆਂ। ਕਈ ਵਾਰ ਵੀ ਮਤਲਬ ਯਾਦ ਜ਼ਰੂਰ ਆਉਂਦੀ ਹੈ ਵੀ ਹਾਂ ਜੇ ਪਾਪਾ ਹੁੰਦੇ ਤਾਂ ਜਮਾ ਨਹੀਂ ਕਰਨ ਦੇਣਾ ਸੀ। ਉੱਥੇ ਮੈਂ ਸਾਰਾ ਕੁਝ ਮਤਲਬ ਘਰੇ ਬੈਠ ਕੇ ਮੰਮੀ ਨੇ ਰੋਟੀ ਵੀ ਬੈੱਡ ਤੇ ਦੇ ਕੇ ਜਾਣੀ, ਇੱਥੇ ਆ ਕੇ ਸਭ ਕੁਝ ਆਪ ਨੂੰ ਕਰਨਾ ਪੈਂਦਾ, ਉਦੋਂ ਬਹੁਤ ਜ਼ਿਆਦਾ ਯਾਦ ਆਉਂਦੀ ਆ। ਜਿਵੇਂ ਤੁਸੀਂ ਸ਼ਿਫਟਾਂ ਦੀ ਗੱਲ ਕਰ ਰਹੇ ਹੋ ਤੇ ਅਕਸਰ ਹੀ ਜਿਹੜੇ ਸਾਡੇ ਇੰਡੀਆ ਬੈਠੇ ਹੈਗੇ ਆ ਵਿਊਅਰਸ, ਉਹ ਵੀ ਪੁੱਛਦੇ ਆ ਤੇ ਜਿਹੜੇ ਇੱਥੇ ਹੁੰਦੇ ਆ ਉਹ ਵੀ ਪੁੱਛਦੇ ਆ ਕਿ ਫੀਸਾਂ ਕੱਢਣੀਆਂ ਕਿੰਨੀਆਂ ਔਖੀਆਂ, ਕਿੰਨੀਆਂ ਕੁ ਸ਼ਿਫਟਾਂ, ਕਿੰਨੇ ਕੁ ਘੰਟੇ ਲਾ ਕੇ ਤੁਹਾਡੀਆਂ ਫੀਸਾਂ ਜਿਹੜੀਆਂ ਉਹ ਨਿਕਲ ਜਾਂਦੀਆਂ ਨੇ? ਇਹ ਤਾਂ ਹੀ ਡਿਪੈਂਡ ਕਰਦਾ ਬੱਚੇ ਤੇ ਕਿੰਨਾ ਕੰਮ ਕਰ ਸਕਦਾ, ਪਰ ਮੇਰੇ ਅਕੋਰਡਿੰਗ ਜਿਵੇਂ ਮੈਂ ਫੀਸਾਂ ਆਲਰੇਡੀ ਕੱਢ ਚੁੱਕੀ ਹਾਂ, ਮੇਰਾ ਡ੍ਰੌਪ ਵੀ ਮਤਲਬ ਹਜੇ 2 ਮਹੀਨੇ ਦਾ ਪਿਆ, ਪਰ ਮੈਂ ਫਿਰ ਵੀ ਫੀਸਾਂ ਕੱਢ ਲਈਆਂ, ਕਿਉਂਕਿ ਇਹ ਡਿਪੈਂਡ ਕਰਦਾ ਜੇ ਆਪਾਂ ਨੂੰ ਆਉਂਦੇ ਹੀ ਕੈਨੇਡਾ ਆਉਂਦੇ ਹੀ ਆਪਾਂ ਨੂੰ ਕੰਮ ਮਿਲ ਜਾਵੇ ਤਾਂ ਸ਼ਿਫਟਾਂ ਮੇਰੇ ਅਕੋਰਡਿੰਗ ਵੀ ਫੀਸਾਂ ਕੱਢਣੀਆਂ ਬਹੁਤ ਸੌਖੀਆਂ, ਤੇ ਜੇ ਨਾ ਮਿਲੇ ਕੰਮ ਫਿਰ ਨਹੀਂ। ਪਰ ਇਹ ਡਿਪੈਂਡ ਬੱਚੇ ਤੇ ਵੀ ਕਰਦਾ, ਜੇ ਬੱਚਾ ਕੰਮ ਕਰਨ ਦੇ ਲਾਇਕ ਹੈਗਾ, ਜੇ ਬੱਚਾ ਚਾਹੁੰਦਾ ਵੀ ਅਸੀਂ ਫੀਸਾਂ ਕੱਢਣੀਆਂ ਤਾਂ ਉਹ ਜ਼ਰੂਰ ਸ਼ਿਫਟਾਂ ਲਾ ਕੇ ਫੀਸਾਂ ਕੱਢ ਸਕਦਾ, ਪਰ ਜਿਹਨੇ ਕਰਨੀ ਮਤਲਬ ਇੱਥੇ ਆ ਕੇ ਐਸ਼ ਆ ਫਿਰ ਉਹ ਤਾਂ ਕਿਵੇਂ ਕੱਢ ਸਕਦਾ ਫੀਸਾਂ, ਤਾਂ ਤੁਹਾਨੂੰ ਵੀ ਪਤਾ ਹੀ ਹੈ। ਜਿਵੇਂ ਹੁਣ ਮੈਨੂੰ ਨਾ ਤੁਹਾਡੇ ਕੁਐਸਚਨ ਦੇ ਵਿੱਚੋਂ ਗੱਲ ਯਾਦ ਆ ਗਈ, ਜਿਵੇਂ ਤੁਸੀਂ ਕਿਹਾ ਕਿ ਆਉਂਦਿਆਂ ਦਾ ਹੀ ਐਕਸਪੀਰੀਅੰਸ ਜਿਹਾ ਹੋ ਜਾਂਦਾ ਜੇ ਕੰਮ ਮਿਲ ਜੇ, ਤਾਂ ਮੇਰੇ ਖੁਦ ਦੇ ਨਾਲ ਇੱਕ ਇਨਸੀਡੈਂਟ ਹੋਇਆ ਸੀਗਾ ਕਿ ਇੱਕ ਜਿਹੜੀ GIC ਹੁੰਦੀ ਆ ਉਹਦਾ ਕਾਫੀ ਸਾਰਾ ਰਹਿੰਦਾ ਹੈ ਨਾ? ਹਾਂਜੀ ਰਹਿੰਦਾ ਹੀ, ਪਰ ਮੈਂ ਤਾਂ GIC ਸੱਚ ਦੱਸਾਂ 1 ਰੁਪਿਆ ਵੀ ਨਹੀਂ ਯੂਜ਼ ਕੀਤਾ ਉਹ 'ਚੋਂ, ਵੀ ਉਵੇਂ ਹੀ ਪਈ ਆ। ਜਦੋਂ ਆਈ ਹਾਂ ਮੈਂ ਕੋਈ ਖਰਚ ਨਹੀਂ ਕੀਤਾ, ਬਸ ਆਪਦੇ ਕਮਾਏ ਆ, ਜਿਹੜੇ ਕਮਾਏ ਸੀ ਬਸ ਉਹਨਾਂ 'ਚ ਹੀ ਲਾਏ ਆ। GIC ਨੂੰ ਮੈਂ ਜਮਾਂ ਨਹੀਂ ਛੇੜਿਆ, ਤਾਂ ਕਰਕੇ ਮੇ ਵੀ ਫੀਸਾਂ ਨਿਕਲ ਗਈਆਂ ਹੁਣ ਮੇਰੀਆਂ, ਕੁਝ ਕਹਿ ਨਹੀਂ ਸਕਦੇ। ਮੈਂ ਕਹਿੰਦੀ ਹਾਂ ਕਿ ਬਹੁਤ ਵੱਡੀ ਗੱਲ ਆ ਕਿ ਕੋਈ ਬੰਦਾ ਜੇ ਇੰਨੀ ਸੇਵਿੰਗ ਕਰ ਸਕਦਾ ਹੈ, ਨਹੀਂ ਤਾਂ ਇੱਥੇ ਕੰਟਰੋਲ ਨਹੀਂ ਰਹਿੰਦਾ। ਆਉਂਦਿਆਂ ਸਾਰ ਜਿਹੜੇ $2000 ਬੈਂਕ 'ਚ ਆ ਜਾਂਦੇ ਨਾ, ਮੈਂ ਕਹਿੰਦੀ ਕਿ ਮੇਰੇ ਨਾਲ ਦੇ ਵੀ ਜਿੰਨੇ ਆ ਨਾ ਸਾਰਿਆਂ ਨੇ ਹਫਤੇ ਦੇ ਵਿੱਚ ਸਾਰੇ ਪੈਸੇ ਡਾਹਤੇ ਸੀਗੇ। ਇਹ ਤਾਂ ਹੈ, ਬਹੁਤ ਬੱਚੇ ਇਦਾਂ ਹੀ ਕਰਦੇ, ਪਰ ਮੈਂ ਆਪਦੀ ਕਜ਼ਨ ਕੋਲ ਆਈ ਸੀ, ਉਹਨਾਂ ਨੇ ਬਹੁਤ ਹੈਲਪ ਕੀਤੀ। ਮੇਰਾ ਕੋਈ ਖਰਚਾ ਵਗੈਰਾ ਨਹੀਂ ਹੋਇਆ ਜਿੰਨਾ ਟਾਈਮ ਉਹਨਾਂ ਨਾਲ ਰਹੀ ਹਾਂ, ਤੇ ਹੁਣ ਜ਼ਰੂਰ ਆਪ ਨੂੰ ਕਰਨਾ ਪੈਂਦਾ ਸਾਰਾ ਕੁਝ। ਉੱਥੇ ਉਹ ਹੈਲਪ ਕਰਦੇ ਸੀ, ਹੁਣ ਆਪ ਨੂੰ ਖੁਦ ਕਰਨਾ ਪੈਂਦਾ, ਪਰ ਹੁਣ ਮੈਂ ਆਪਦੇ ਆਪ ਤੇ ਇੰਨਾ ਕੁ ਹੋ ਗਈ ਹਾਂ ਵੀ ਮੈਂ ਖੁਦ ਖਰਚਾ ਕਰ ਸਕਾਂ। ਤੇ ਜਿਵੇਂ ਤੁਸੀਂ ਹੁਣੇ ਆਪਣੀ ਕਜ਼ਨ ਦੀ ਗੱਲ ਕੀਤੀ ਆ, ਤੇ ਅਕਸਰ ਹੀ ਇੱਥੇ ਇੱਕ ਚੀਜ਼ ਇਹ ਵੀ ਕਹੀ ਜਾਂਦੀ ਆ ਕਿ ਇੱਥੇ ਰਿਸ਼ਤੇਦਾਰ ਆ ਜਿਹੜੇ ਆਪਣੇ ਆਪ ਦੇ ਨਹੀਂ ਬਣਦੇ, ਉਹਦੇ ਬਾਰੇ ਕੀ ਕਹੋਗੇ? ਬਿਨਾਂ ਡਰੇ ਕਿਉਂਕਿ ਇਹ ਨਹੀਂ ਵੀ ਰਿਸ਼ਤੇਦਾਰ ਦੇਖ ਲੈਣਗੇ ਤੇ ਫਿਰ ਉਹਨਾਂ ਨੇ ਕਹਿਣਾ ਵੀ ਹਾਂ ਸਾਡੇ ਪਰ ਐਂ ਬੋਲਦੀ ਆ। ਇਹ ਤਾਂ ਹੀ ਕੁਝ ਕਹਿ ਨਹੀਂ ਸਕਦੇ। ਵੈਸੇ ਜੇ ਆਪਣੇ ਮਤਲਬ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਕੋਈ ਆ ਤਾਂ ਉਹ ਜ਼ਿਆਦਾ ਹੈਲਪ ਕਰਦੇ ਆ ਮੇਰੇ ਅਕੋਰਡਿੰਗ। ਜਿਵੇਂ ਮੈਂ ਇੱਥੇ ਆਈ ਸੀ, ਮੇਰਾ ਕੋਈ ਰਿਸ਼ਤੇਦਾਰ ਇੱਥੇ ਹੈ ਨਹੀਂ ਸੀਗਾ ਹੈ ਨਾ, ਤੇ ਮੇਰੇ ਤਾਏ ਜੀ ਦੀ ਬੇਟੀ ਇੱਥੇ ਸੀ, ਐਵੇਂ ਕਹਾਂ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਮੇਰੀ, ਵੀ ਮੈਨੂੰ 에ਅਰਪੋਰਟ ਤੋਂ ਲੈ ਕੇ ਵੀ ਆਏ, ਮੈਨੂੰ ਨਾਲ ਰੱਖਿਆ ਸਾਲ ਵਾਂਗੂ, ਬਹੁਤ ਜ਼ਿਆਦਾ ਮਤਲਬ ਜਿੱਥੇ ਮੈਂ ਗਈ ਮੇਰਾ ਬੈਂਕ ਦਾ ਕੰਮ ਵੀ ਉਹਨਾਂ ਨੇ ਕੀਤਾ। ਨਹੀਂ ਤਾਂ ਇੱਥੇ ਕਿਸੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਦੀਆਂ ਸ਼ਿਫਟਾਂ ਛੱਡ ਕੇ ਕੋਈ ਤੁਹਾਡੇ ਮਗਰ ਜਾਵੇ, ਪਰ ਉਹ ਮੈਨੂੰ ਪਤਾ ਮੇਰੇ ਸਾਹਮਣੇ ਹੈ ਨਾ ਵੀ ਕਿਵੇਂ ਰਾਤ ਨੂੰ ਸ਼ਿਫਟ ਲਾ ਕੇ ਆਉਂਦੇ ਸੀ ਤੇ ਸਵੇਰ ਉਵੇਂ ਹੀ ਉੱਠ ਕੇ ਮੇਰੇ ਨਾਲ ਕੰਮ ਕਰਾਉਣ ਮੇਰੇ ਚਲੇ ਜਾਂਦੇ ਸੀਗੇ। ਪੇਰੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋਵੋ ਜਦੋਂ ਤਾਂ ਇਹ ਪ੍ਰੋਗਰਾਮ ਦੇਖਣਗੇ ਉਦੋਂ? ਪੇਰੈਂਟਸ ਨੂੰ ਇਹੀ ਸੁਨੇਹਾ ਵੀ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਇੱਥੇ, ਤੇ ਹੋਪ ਤੁਹਾਨੂੰ ਵੀ ਛੇਤੀ ਸੱਦ ਲਵਾਂ। ਬਾਕੀ ਟੈਨਸ਼ਨ ਨਾ ਲਿਆ ਕਰੋ, ਮੈਂ ਵਧੀਆ ਖਾਣੀ ਪੀਣੀ ਆ, ਵਧੀਆ ਕੰਮ ਕਰਦੀ ਆ, ਕੋਈ ਪ੍ਰੋਬਲਮ ਨਹੀਂ ਹੈ। ਜਿੱਦੇ ਹੋਈ ਤੁਹਾਨੂੰ ਸਭ ਤੋਂ ਪਹਿਲਾਂ ਦੱਸੂਗੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ? ਖੁਸ਼ਪ੍ਰੀਤ। ਕਿੰਨਾ ਸਮਾਂ ਹੋ ਗਿਆ ਕੈਨੇਡਾ ਵਿੱਚ ਰਹਿ ਰਹੇ? 1.5 ਸਾਲ ਹੋ ਗਿਆ। ਇੰਡੀਆ ਨਾਲ ਕੈਨੇਡਾ ਕਿਵੇਂ ਵੱਖਰਾ ਲੱਗਦਾ ਹੈ ਫਿਰ? ਇੰਡੀਆ ਨਾਲੋਂ ਬਹੁਤ ਫਰਕ ਹੈ ਕੈਨੇਡਾ ਦਾ। ਜਿੱਦਾਂ ਇੱਥੇ ਫੁੱਲ ਫਰੀडम ਹੈ, ਜਿੱਥੇ ਮਰਜ਼ੀ ਆ ਜਾਓ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਨਾ ਕਿਸੇ ਨੂੰ ਦੱਸਣਾ ਨਾ ਪੁੱਛਣਾ, ਕੁਝ ਵੀ ਨਹੀਂ। ਬਸ ਰਾਤ ਨੂੰ ਬਾਹਰ ਜਾਣਾ, ਰਾਤ ਨੂੰ ਜਾਓ, ਜਦੋਂ ਮਰਜ਼ੀ ਜਾਓ। ਕਿ ਰਾਤ ਨੂੰ ਆਪਾਂ ਬਾਹਰ ਈਜ਼ੀਲੀ ਜਾ ਸਕਦੇ ਹਾਂ, ਪਰ ਜੇਕਰ ਗੱਲ ਕਰੀਏ ਤਾਂ ਇੱਥੇ ਕਿਹਾ ਜਾਂਦਾ ਕਿ ਕੁੜੀਆਂ ਨੂੰ ਓਵਰ ਫਰੀडम ਮਿਲ ਜਾਂਦੀ ਆ, ਉਹਦੇ ਬਾਰੇ ਕੀ ਕਹੋਗੇ? ਨਹੀਂ, ਉਹ ਤਾਂ ਕੁੜੀ ਦੇ ਆਪਦੀ ਮਤਲਬ ਥਿੰਕਿੰਗ 'ਤੇ ਡਿਪੈਂਡ ਕਰਦਾ। ਜੇ ਉਹਨੇ ਰੋਂਗ ਵੇ 'ਤੇ ਜਾਣਾ, ਉਹ ਇੰਡੀਆ ਵੀ ਜਾ ਸਕਦੀ ਆ, ਜੇ ਨਹੀਂ ਜਾਣਾ ਇੱਥੇ ਵੀ ਨਹੀਂ। ਮਤਲਬ ਫਰੀडम ਦਾ ਇਹਦੇ ਨਾਲ ਕੋਈ ਇੰਨਾ ਲਿੰਕ ਨਹੀਂ ਹੈਗਾ। ਤੁਹਾਨੂੰ ਲੱਗਦਾ ਕਿ ਇਹ ਕੁੜੀਆਂ 'ਤੇ ਡਿਪੈਂਡ ਕਰਦਾ ਕਿ ਫਰੀडम ਨੂੰ ਪੋਜ਼ਿਟਿਵ ਵਿੱਚ ਲੈਣਾ ਕਿ ਨੈਗੇਟਿਵ ਵਿੱਚ ਲੈਣਾ? ਹਾਂ, ਇਹ ਕੁੜੀਆਂ 'ਤੇ ਡਿਪੈਂਡ ਕਰਦਾ। ਹੁਣ ਕਈ ਕੁੜੀਆਂ ਮਤਲਬ ਜਦੋਂ ਪੇਰੈਂਟਸ ਦੀ ਸਰਟੀਫਿਕੇਟਨੈਸ ਹੁੰਦੀ ਸੀ, ਉਹਨਾਂ ਦੇ ਵਿੱਚ ਵੀ ਕਈ ਕੁੜੀਆਂ ਗਲਤ ਵੇ 'ਤੇ ਜਾ ਰਹੀਆਂ ਸੀ, ਅਤੇ ਹੁਣ ਇੱਥੇ ਫਰੀडम ਆ, ਜ਼ਰੂਰੀ ਨਹੀਂ ਵੀ ਹਰੇਕ ਕੁੜੀ ਗਲਤ ਹੋਊਗੀ, ਮਤਲਬ ਸਹੀ ਵੀ ਹੁੰਦੀਆਂ ਨੇ।
ਕੁੜੀਆਂ ਸਹੀ ਵੀ ਹੁੰਦੀਆਂ, ਬਿਲਕੁਲ ਸਹੀ ਕਿਹਾ। ਮੈਂ ਵੀ ਇਹੀ ਕਹਿ ਰਹੀ ਸੀ ਅੱਗੇ ਕਿ ਪੰਜਾਂ ਉਂਗਲੀਆਂ ਨੂੰ ਇੱਕੋ ਬਰਾਬਰ ਮੰਨਣਾ ਉਹ ਵੀ ਚੀਜ਼ ਗਲਤ ਹੋ ਜਾਂਦੀ ਆ। ਜੇਕਰ ਇੱਕ ਕੁੜੀ ਗਲਤ ਆ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰੇ ਹੀ ਗਲਤ ਹੋਣ ਤੇ ਸਾਰੇ ਸਹੀ ਵੀ ਹੋਣ, ਇਹ ਵੀ ਨਹੀਂ ਹੁੰਦਾਗਾ। ਤੇ ਜੇਕਰ ਗੱਲ ਕਰੀਏ ਅੱਜ ਕੱਲ੍ਹ ਜਿਹੜੇ ਫਰਾਡ ਕੇਸਿਸ ਹੋ ਰਹੇ ਆ ਉਹਨਾਂ ਦੇ ਬਾਰੇ ਤੁਸੀਂ ਕੁੜੀਆਂ ਨੂੰ ਜ਼ਿਆਦਾ ਰਿਸਪੌਂਸਿਬਲ ਮੰਨਦੇ ਹੋ ਕਿ ਮੁੰਡਿਆਂ ਨੂੰ? ਦੋਨੋਂ ਇਕੁਅਲੀ ਰਿਸਪੌਂਸਿਬਲ ਆ। ਜੇ ਉਹਨਾਂ ਦੋਨਾਂ ਦੀ ਅੰਡਰਸਟੈਂਡਿੰਗ ਹੋਊਗੀ, ਕੁੜੀ ਵੀ ਇਹ ਕੰਮ ਕਰਨ ਲੱਗੀ 100 ਵਾਰ ਸੋਚੂਗੀ। ਹੁਣ ਮੁੰਡਿਆਂ ਦੇ ਵੀ ਕੇਸ ਦੇ ਵਿੱਚ ਧੋਖੇ ਤਾਂ ਮੁੰਡਿਆਂ ਦੇ ਕੇਸਿਸ ਵੀ ਬਹੁਤ ਹੁੰਦੇ ਆ, ਮਤਲਬ ਗਲਤੀ ਦੋਨਾਂ ਦੀ ਹੁੰਦੀ ਐ, ਐਵੇਂ ਨਹੀਂ ਵੀ ਕੁੜੀ ਬਾਹਰ ਆ ਗਈ ਬਦਲ ਗਈ, ਦੋਨਾਂ ਦੀ ਇੱਕੋ ਗਲਤੀ ਹੁੰਦੀ ਆ। ਕੰਮਕਾਰ ਕਰਨੇ ਇੱਥੇ ਔਖਾ ਲੱਗਦਾ ਕਿ ਇੰਡੀਆ 'ਚ ਵੀ ਕੰਮਕਾਰ ਕੀਤੇ ਸੀਗੇ? ਨਹੀਂ, ਕੰਮ ਵੈਸੇ ਤਾਂ ਕੰਮ ਔਖਾ ਲੱਗਦਾ, ਬਟ ਠੀਕ ਹੈ, ਚੱਲੀ ਜਾਂਦਾ, ਕਰਨਾ ਪੈਂਦਾ ਮਜਬੂਰੀਆਂ ਨੂੰ। ਹਾਂ, ਮਜਬੂਰੀਆਂ ਨੂੰ ਕਰਨਾ ਪੈਂਦਾ, ਜੀ ਦਾ ਕੀ ਦਾ ਕਰਨਾ। ਤੇ ਫੀਸਾਂ ਵਗੈਰਾ ਨਿਕਲ ਜਾਂਦੀਆਂ ਇੱਥੇ ਜੇਕਰ ਆਪਾਂ ਪ੍ਰੋਪਰ ਸ਼ਿਫਟਸ ਲਾਉਂਦੇ ਆ? ਹਾਂ, ਜਿਹੜਾ ਬੰਦਾ ਸ਼ੁਰੂ ਤੋਂ ਪਾਰਟ ਟਾਈਮ ਵੀ ਕੰਮ ਕਰੇ ਉਹਦੀ ਫੀਸ ਵਧੀਆ ਨਿਕਲ ਜਾਂਦੀ। ਜਿੱਦਾਂ ਮੈਂ 7 ਮਹੀਨੇ ਬਿਲਕੁਲ ਕੰਮ ਨਹੀਂ ਕੀਤਾ, ਬਿਲਕੁਲ ਘਰੇ ਸੀ, ਬਟ ਫਿਰ ਵੀ ਮਤਲਬ ਫਸਟ ਫੀਸ ਮੇਰੀ ਜਮ੍ਹਾਂ ਨਿਕਲ ਗਈ, ਸੈਕਿੰਡ 'ਚ ਮੈਂ ਥੋੜ੍ਹੀ ਜਿਹੀ ਇੰਡੀਆ ਤੋਂ ਮੰਗਾਏ, ਬਟ ਜੇ ਕੋਈ ਬੰਦਾ ਸ਼ੁਰੂ ਤੋਂ ਕਰ ਰਿਹਾ ਫਿਰ ਉਹਦੀ ਵਧੀਆ ਨਿਕਲ ਜਾਂਦੀ। ਤੁਸੀਂ ਮੈਰਿਡ ਹੋ ਜਾਂ ਅਨਮੈਰਿਡ ਹੋ? ਮੈਰਿਡ ਹੋ। ਤੇ ਫਿਰ ਹਸਬੈਂਡ ਇੱਥੇ ਆ ਜਾਂ ਇੰਡੀਆ ਦੇ ਵਿੱਚ ਹਾਲੇ? ਉਹ ਇੰਡੀਆ 'ਚ। ਕਿੱਦਾਂ ਰਿਲੇਸ਼ਨਸ਼ਿਪ ਨੂੰ ਮੇਨਟੇਨ ਕੀਤਾ ਹੋਇਆ ਫਿਰ ਤੁਸੀਂ? ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਦੋਨਾਂ ਦੇ ਵਿੱਚ। ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਕਿ ਪਾਰਟਨਰ ਆ ਜਿਹੜਾ ਇੱਕ ਦੂਜੇ ਨੂੰ ਵਧੀਆ ਅੰਡਰਸਟੈਂਡ ਕਰਦਾ ਹੋਵੇ। ਵਧੀਆ ਟਾਈਮ ਦਿਓ ਇੱਕ ਦੂਜੇ ਨੂੰ, ਅੰਡਰਸਟੈਂਡ ਕਰੋ, ਅਗਲੇ ਬੰਦੇ ਦੀ ਮਜਬੂਰੀ ਸਮਝੋ। ਜੇ ਉਹ ਕਹਿ ਰਿਹਾ ਵੀ ਮੈਂ ਸ਼ਿਫਟ 'ਤੇ ਆ ਜਾਂ ਅਸਾਈਨਮੈਂਟ ਆ, ਮੇਰੇ ਤੋਂ ਗੱਲ ਨਹੀਂ ਹੋ ਰਹੀ, ਸਮਝੋ ਵੀ ਉਹ ਬਾਅਦ ਵਿੱਚ ਕਰ ਲੇਗਾ। ਐਦਾਂ ਨਹੀਂ ਵੀ ਹਾਂ ਤੂੰ ਮੇਰੇ ਨਾਲ ਗੱਲ ਨਹੀਂ ਕਰਦੀ ਜਾਂ ਕੁਝ ਵੀ। ਓਕੇ। ਤੇ ਜੇਕਰ ਗੱਲ ਕਰੀਏ ਇੱਥੇ ਆ ਕੇ ਕਹਿੰਦੇ ਕਿ ਸਾਡਾ ਜੀ ਨਹੀਂ ਲੱਗਦਾ, ਤੁਹਾਡਾ ਦਿਲ ਪੂਰਾ ਲੱਗਿਆ ਹੋਇਆ ਇੱਥੇ? ਜਾਂ ਮੇਰਾ ਤਾਂ ਸ਼ੁਰੂ ਤੋਂ ਲੱਗਾ ਹੋਇਆ। ਅੱਛਾ, ਤੁਹਾਨੂੰ ਕੋਈ ਪ੍ਰੋਬਲਮ ਹੀ ਨਹੀਂ ਆਈ ਇੱਥੇ? ਮੈਨੂੰ ਬਿਲਕੁਲ ਨਹੀਂ ਪਤਾ, ਨਹੀਂ ਮੈਂ ਆਪਣੀ ਸਿਸਟਰ ਕੋਲ ਆਈ ਸੀਗੀ ਤਾਂ ਮੈਨੂੰ ਫੈਮਿਲੀ ਵਾਂਗ ਨੂੰ ਲੱਗਦਾ ਸੀ, ਮਤਲਬ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਜਮਾਂ ਵੀ ਹਾਂ ਜੀ ਨਹੀਂ ਲੱਗਦਾ ਜਾਂ ਮੈਂ ਰਾਤਾਂ ਨੂੰ ਉੱਠ ਕੇ ਰੋਈ ਆ ਜਾਂ ਕੁਝ ਵੀ, ਐਦਾਂ ਦਾ ਕੁਝ ਨਹੀਂ ਸੀ। ਓਕੇ। ਤੇ ਕੋਈ ਪੇਰੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋਵੋ ਕਿ ਜਦੋਂ ਪ੍ਰੋਗਰਾਮ ਦੇਖਣਗੇ? ਬਸ ਉਹਨਾਂ ਨੂੰ ਐਵੇਂ ਕਹੂੰਗੀ ਵੀ ਇੰਨਾ ਡਿਫੀਕਲਟ ਨਹੀਂ ਹੈਗੀ ਲਾਈਫ ਇੱਥੇ ਜਿੰਨੀ ਸਾਰੇ ਸੋਚਦੇ ਵੀ ਜੀ ਨਹੀਂ ਲੱਗਦਾ ਜਾਂ ਘਰ ਤੋਂ ਦੂਰ ਹੈ, ਸਾਰਾ ਕੁਝ ਬਹੁਤ ਵਧੀਆ। ਤੇ ਬਸ ਜਦੋਂ ਇੱਥੇ ਆਉਣਗੇ ਉਹਨਾਂ ਨੂੰ ਵੀ ਵਧੀਆ ਘੁਮਾਉਣਾ ਚਾਹੂੰਗੀ। ਲਾਈਫ ਇਨ ਕੈਨੇਡਾ ਦੇ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਗੱਲਬਾਤ ਕੀਤੀ ਲੋਕਾਂ ਦੇ ਨਾਲ ਤੇ ਉਹਨਾਂ ਨੇ ਦੱਸਿਆ ਕਿ ਇੱਥੇ ਮਾਹੌਲ ਹੈ ਜਿਹੜਾ ਬਹੁਤ ਵਧੀਆ ਜੀ। ਤੁਸੀਂ ਆਪਣੇ ਬੱਚਿਆਂ ਨੂੰ ਜੀ ਸੱਦ ਕੇ ਭੇਜ ਸਕਦੇ ਹੋ ਤੇ ਬੱਚੇ ਵੀ ਇੱਥੇ ਖੁਸ਼ ਰਹਿਣਗੇ। ਤੇ ਜੇਕਰ ਤੁਹਾਨੂੰ ਕੋਈ ਹੋਰ ਸਵਾਲ ਹੈ, ਜੇਕਰ ਤੁਸੀਂ ਕੋਈ ਹੋਰ ਐਪੀਸੋਡ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਡ੍ਰੌਪ ਕਰਿਓ ਜੀ। ਤਦ ਤੱਕ ਲਈ ਮੈਨੂੰ, ਅਰਸ਼ਦੀਪ ਕੌਰ ਨੂੰ ਤੇ ਕੈਮਰਾਮੈਨ ਹਰਸ਼ ਨੂੰ ਦਿਓ ਇਜਾਜ਼ਤ। ਜੁੜੇ ਰਹੋ ਹਮਦਰਦ ਟੀਵੀ ਦੇ ਨਾਲ।